ਮੋਨ ਸੀਸਾ, ਬੰਦਾਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜਿਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਇਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੋ ਸਭ ਕਾਰਨ ਆਏ ਮਿਲੇ हैं, अब तन त्यागन लखियो भले हैं। सुनत अर्थ मल शोक विशाला, रुचर बिलोचन ते जल डाला। वाहिगुरु जी का खालसा, वाहिगुरु जी की फतेह। कृपालु दयालु रहमतां बख्शिशां दे सागर, 10 ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ, ਗੁਰਤਾ ਗੱਦੀ ਤੇ ਸੁਭਾਏਮਾਨ ਅਕਾਲ ਪੁਰਖ ਜੋਤ ਚਵਰ ਛਤਰ ਤਖਤ ਦੇ ਮਾਲਕ, ਬਖਸ਼ਿਸ਼ਾਂ ਰਹਿਮਤਾਂ ਦੇ ਸਾਗਰ, ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਧਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਾਤਾਰ ਰਹਿਬਰ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਚੋਜੀ ਪ੍ਰੀਤਮ ਗੁਰ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਨ੍ਹਾਂ ਪਾਵਨ ਨਿਵਾਜੇ ਹੋਏ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ, ਸ਼੍ਰੀ ਪਟਨਾ ਸਾਹਿਬ ਜੀ ਦੀ ਪਾਵਨ ਇਲਾਹੀ ਸਰਜ਼ਮੀਨ 'ਤੇ ਗੁਰੂ ਕੀ ਗੋਦ ਦਾ ਨਿਗ ਲੈ ਰਹੇ ਗੁਰੂ ਸਵਾਰੇ ਖਾਲਸਾ ਜੀ। ਆਓ ਸਾਹਿਬ ਜੀ ਨੇ ਅਸਾਂ ਕਲਯੁਗੀ ਜੀਵਾਂ 'ਤੇ ਰਹਿਮਤਾਂ ਦਾ ਮੀਂਹ ਵਰਸਾਇਆ, ਤਰਸ ਕੀਤਾ ਹੈ, ਜੋ ਆਪਣੇ ਪਾਵਨ ਸਰਗੁਣ ਸਰੂਪ ਦੀ ਜੋ ਲੜੀਵਾਰ ਗੁਰਗਾਥਾ ਹੈ, ਸਹਿਬ ਪਾਤਸ਼ਾਹ ਜੀ ਕਹਿਣ ਅਤੇ ਸਰਵਣ ਕਰਨ ਦਾ ਸੁਭਾਗ ਬਖਸ਼ ਰਹੇ ਨੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਾਹਿਬ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਜੋ ਕੁਝ ਦਿਨ ਪਹਿਲਾਂ ਸਾਹਿਬ ਜੀ ਦੇ ਪਾਵਨ ਸ਼ਹਾਦਤ ਦੇ ਲੜੀਵਾਰ ਪ੍ਰਸੰਗ ਪ੍ਰਾਰੰਭ ਹੋਏ ਹਨ। ਲੜੀਵਾਰ ਕਥਾ ਦੇ ਤਹਿਤ ਜੋ ਕੱਲ੍ਹ ਤੱਕ ਸਰਵਣ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ 5 ਸਿੱਖਾਂ ਨੂੰ ਨਾਲ ਲੈ ਕਰਕੇ ਲਾਹੌਰ ਦੀ ਧਰਤੀ ਨੂੰ ਕੂਚ ਕਰਦੇ ਨੇ, ਚਾਲੇ ਮਾਰਦੇ ਨੇ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ ਕਰਕੇ ਹਜ਼ੂਰ ਦਾ ਤਾਰ ਪਾਤਸ਼ਾਹ ਰਵਾਨਾ ਹੋਏ, ਚਾਲੇ ਮਾਰੇ ਨੇ। ਜਿਵੇਂ ਹੀ ਲਾਹੌਰ ਪਹੁੰਚਦੇ ਨੇ, ਪੜਾਅ ਕਰਦੇ ਨੇ ਰਸਤੇ ਦੇ ਵਿੱਚ। ਲਾਹੌਰ ਵਿੱਚ ਇੱਕ ਪਿਆਰ ਵਾਲਾ ਗੁਰੂ ਕਾ ਸਿੱਖ ਸੀ, ਭਾਈ ਸੱਧੂ, ਜਿਸ ਦੀ ਦਿਨ ਰਾਤ ਇੱਕ ਮਨਸ਼ਾ ਹੈ, ਇੱਕ ਭਾਵਨਾ ਹੈ ਕਿ ਕਦੀ ਨਾ ਕਦੀ ਇਸ ਜੀਵਨ ਵਿੱਚ ਮੇਰੇ ਤੇ ਉਹ ਬਖਸ਼ਿਸ਼ ਦਾ ਮੀਂਹ ਵਰਸੇਗਾ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੇਰੇ ਇਸ ਘਰ ਦੇ ਵਿੱਚ ਆ ਕਰਕੇ ਆਪਣੇ ਚਰਨ ਪਾਉਣਗੇ, ਮੇਰੇ ਇਹਨਾਂ ਦੀਦਿਆਂ ਨੂੰ ਗੁਰੂ ਕੇ ਦੀਦਾਰ ਪ੍ਰਾਪਤ ਹੋਵਣਗੇ। ਸੋ ਦਿਨ ਰਾਤ ਉਹਦੀਆਂ ਉਡੀਕਾਂ, ਅਰਦਾਸਾਂ, ਦਿਨ ਰਾਤ ਗੁਰੂ ਦੇ ਅੱਗੇ ਜੋਦੜੀਆਂ, ਤਰਲੇ ਨੇ, ਫਲ ਲੱਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਵੱਡੇ ਵੱਡੇ ਅਮੀਰਜ਼ਾਦਿਆਂ ਦੇ ਘਰਾਂ ਨੂੰ ਛੱਡ ਕਰਕੇ ਉਸ ਸਿੱਖ ਦੇ ਘਰ ਪਹੁੰਚਦੇ ਨੇ। ਜਿਵੇਂ ਹੀ ਗੁਰੂ ਸਾਹਿਬ ਜੀ ਪਹੁੰਚੇ, ਸਿੱਖ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ। ਸੋ ਯਥਾ ਸ਼ਕਤ ਜਿੰਨੀ ਸਮਰੱਥਾ ਸੀ ਉਸੇ ਵਕਤ ਸਾਹਿਬ ਜੀ ਦੇ ਵਾਸਤੇ ਵਿਛਾਈ ਕਰਵਾਈ, ਸੋਹਣਾ ਆਸਨ ਸਤਿਗੁਰੂ ਪਾਤਸ਼ਾਹ ਜੀ ਦਾ ਲਗਵਾਇਆ।
ਦੋਨਾਂ ਜੀਆਂ ਨੇ ਬੜੀ ਸੁਚਮਤਾ ਦੇ ਨਾਲ ਇੱਕ ਇੱਕ ਭਾਂਡੇ ਨੂੰ ਸਾਫ਼ ਕਰਕੇ ਮਾਂਜ ਕੇ ਸੋਧ ਕੇ ਇੱਕ ਇੱਕ ਚੀਜ਼ ਨੂੰ ਧੋ ਕੇ ਸਾਫ਼ ਕਰਕੇ ਚੁਣ ਕੇ ਗੁਰੂ ਸਾਹਿਬ ਵਾਸਤੇ ਭੋਜਨ ਪ੍ਰਸ਼ਾਦਾ ਤਿਆਰ ਕੀਤਾ। ਸੋ ਇੰਝ ਦਾਤਾਰ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਛਕਿਆ। ਸੰਧਿਆ ਦਾ ਸਮਾਂ ਹੋ ਗਿਆ। ਕੁਝ ਕੁ ਸੰਗਤਾਂ ਨੂੰ ਹਾਲੇ ਪਤਾ ਲੱਗਾ, ਉਹ ਵੀ ਸਾਹਿਬ ਦੇ ਦੀਦਾਰ ਕਰਨ ਆ ਗਈਆਂ ਨੇ। ਦਾਤਾਰ ਪਾਤਸ਼ਾਹ ਜੀ ਨੇ ਆਰਾਮ ਕੀਤਾ ਹੈ। ਰਾਤ ਦਾ ਸਮਾਂ ਬਤੀਤ ਹੋਇਆ, ਅਗਲੀ ਸਵੇਰ ਹੋਈ, ਕੀਰਤਨ ਦੀ ਪ੍ਰਾਰੰਭਤਾ ਹੋਈ। ਦਾਤਾਰ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਸਾਰਿਆਂ ਨੂੰ ਦਰਸ਼ਨ ਦੀਦਾਰ ਬਖਸ਼ੇ ਨੇ। ਇੱਧਰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੋਂ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਵਿੱਚੋਂ ਬੜੇ ਪਿਆਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਵਿੱਚੋਂ ਚੱਲੇ ਭਾਈ ਅਰਥਮਲ ਜੀ। ਸੋ ਜਿਵੇਂ ਹੀ ਪਹੁੰਚਦੇ ਹਨ, ਦਾਤਾਰ ਪਾਤਸ਼ਾਹ ਉਹਨਾਂ ਦੇ ਨਾਲ ਕੁਝ ਵਾਰਤਾਲਾਪ ਪ੍ਰਾਰੰਭ ਕਰਦੇ ਨੇ। ਕਾਰਨ ਦੱਸਦੇ ਹਨ ਕਿ ਅਸੀਂ ਇਸ ਧਰਤੀ ਦੇ ਉੱਤੇ ਕਿਉਂ ਆਏ ਹਾਂ। ਸਾਡਾ ਆਉਣ ਦਾ ਕਾਰਨ ਇਹ ਹੈ ਕਿ ਅਸੀਂ ਆਪਣਾ ਸਰੀਰ ਜਿਹੜਾ ਤਿਆਗਣਾ ਹੈ। ਸੋ ਬਾਬਾ ਅਰਥਮਲ ਜੀ ਪੁੱਛਦੇ ਨੇ, ਮਹਾਰਾਜ ਕਾਰਨ ਕੀ ਹੈ? ਤਾਂ ਹਜ਼ੂਰ ਪਾਤਸ਼ਾਹ ਜੀ ਨੇ ਸਾਰਾ ਕਾਰਨ ਜਿਹੜਾ ਸੋ ਵਰਣਨ ਕੀਤਾ ਹੈ ਕਿ ਚੰਦੂ ਨੇ ਚੁਗਲੀ ਲਾਈ ਹੈ, 2 ਲੱਖ ਦਾ ਜੁਰਮਾਨਾ ਭਰਨ ਨੂੰ ਵੀ ਕਹਿ ਰਹੇ ਨੇ। ਇੱਥੋਂ ਤੱਕ ਵੀ ਸਾਡੇ ਤੇ ਇਲਜ਼ਾਮ ਲਾਏ ਨੇ ਕਿ ਅਸੀਂ ਆਪਣੇ ਕੋਲ ਚੋਰ ਰੱਖੇ ਹੋਏ ਨੇ। ਇੱਥੋਂ ਤੱਕ ਵੀ ਸਾਨੂੰ ਫਿਰ ਇਹ ਸ਼ਬਦ ਕਿਹਾ ਗਿਆ ਹੈ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ, ਉਹਦੇ ਵਾਸਤੇ ਵੀ ਤੁਸੀਂ ਆਪਣੀ ਸਫਾਈ ਜਿਹੜੀ ਸੋ ਪੇਸ਼ ਕਰੋ। ਹਜ਼ੂਰ ਪਾਤਸ਼ਾਹ ਕਹਿੰਦੇ ਸਾਰੇ ਕਾਰਨ ਬਣੇ ਨੇ ਤੇ ਅਸੀਂ ਹੁਣ ਆਪਣੇ ਸਰੀਰ ਦਾ ਠੀਕਰਾ ਜਿਹੜਾ ਹੈ ਸੋ ਇਹਨਾਂ ਦੇ ਸਿਰ ਤੇ ਭੰਨ ਦੇਣਾ ਹੈ। ਭਾਵ ਅਸੀਂ ਹੁਣ ਬਹੁਤ ਜਲਦੀ ਆਪਣਾ ਇਹ ਪੰਜ ਭੂਤਕ ਸਰੀਰ ਜਿਹੜਾ ਇਹਨੂੰ ਤਿਆਗ ਦੇਣਾ ਹੈ। ਇਹ ਅਸੀਂ ਤੁਹਾਡੇ ਨਾਲ ਵਾਰਤਾਲਾਪ ਸਾਹਿਬ ਪਾਤਸ਼ਾਹ ਕਹਿੰਦੇ ਅਸੀਂ ਸਾਂਝੀ ਕਰਨੀ ਸੀ, ਇਸ ਕਰਕੇ ਤੁਹਾਨੂੰ ਬੁਲਾਇਆ ਹੈ। ਸੋ ਸਾਰੀ ਵਾਰਤਾਲਾਪ ਹੋ ਰਹੀ ਹੈ। ਇੱਥੋਂ ਤੱਕ ਕੱਲ੍ਹ ਬੜੇ ਪਿਆਰ ਦੇ ਸਹਿਤ ਬੜੀ ਵਿਦਵਤਾ ਭਰੇ ਸ਼ਬਦਾਂ ਦੇ ਵਿੱਚ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਸੁਖਦੇਵ ਸਿੰਘ ਜੀ, ਤਿੰਨਾਂ ਪਾਸੋਂ ਬੜੇ ਵਿਸਥਾਰ, ਬੜੀ ਭਾਵਨਾ, ਬੜੇ ਪ੍ਰੇਮ ਦੇ ਨਾਲ ਗੁਰੂ ਕਾ ਪਾਵਨ ਇਤਿਹਾਸ ਇੱਥੋਂ ਤੱਕ ਸਰਵਣ ਕੀਤਾ। ਸੋ ਆਓ ਹਜ਼ੂਰ ਦੇ ਚਰਨਾਂ 'ਚ ਅਰਦਾਸ ਕਰੋ, ਮਾਲਕ ਜੀ ਸਾਨੂੰ ਸਭਨਾਂ ਨੂੰ ਕੁਝ ਕਹਿਣ ਸੁਣਨ ਦਾ ਬਲ ਬਖਸ਼ੋ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਦੀ ਦਾਤ ਬਖਸ਼ੋ। ਆਓ ਸੰਸਾਰ ਭਰ ਵਿੱਚ ਬਹਿ ਕੇ ਜਿੱਥੇ ਵੀ ਗੁਰੂ ਨਾਨਕ ਦੇ ਘਰ ਨੂੰ ਪਿਆਰ ਕਰਨ ਵਾਲਾ ਕੋਈ ਸਰੀਰ ਬੈਠਾ ਹੈ, ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਸਭ ਕਾਰਨ ਆਏ ਮਿਲੇ ਹੈ। ਸੋ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਕਿ ਬਾਬਾ ਅਰਥਮਲ ਜੀ ਇਹ ਸਾਰੇ ਕਾਰਨ ਜਿਹੜੇ ਹਨ ਜੋ ਅਸਾਂ ਤੁਹਾਨੂੰ ਦੱਸੇ ਹਨ, ਇਹ ਸਾਰੇ ਕਾਰਨ ਆਏ ਮਿਲੇ ਹੈ। ਇਹ ਸਾਰੇ ਕਾਰਨ ਬਣ ਗਏ ਹਨ, ਇਹ ਸਾਰੇ ਕਾਰਨ ਜੁੜ ਗਏ ਹਨ ਇੱਥੇ ਆਉਣ ਵਾਸਤੇ। ਅਬ ਤਨ ਤਿਆਗਨ ਲਖਿਓ ਭਲੇ ਹੈ। ਹੁਣ ਅਸੀਂ ਇਹ ਭਲਾ ਸਮਝਿਆ ਹੈ ਕਿ ਹੁਣ ਇਹ ਤਨ ਜਿਹੜਾ ਹੈ ਇਹਨੂੰ ਭਲੇ ਤਰੀਕੇ ਦੇ ਨਾਲ ਤਿਆਗ ਦੇਣਾ ਚਾਹੀਦਾ ਹੈ। ਫਿਰ ਸਾਹਿਬ ਕਹਿੰਦੇ ਅਸੀਂ ਹੁਣ ਇਸ ਤਨ ਨੂੰ ਤਿਆਗਣਾ ਹੀ ਭਲਾ ਸਮਝਿਆ ਹੈ। ਸੁਨਤ ਅਰਥਮਲ ਸ਼ੋਕ ਵਿਸਾਲਾ। ਜਦੋਂ ਬਾਬਾ ਅਰਥਮਲ ਸਾਹਿਬ ਜੀ ਨੇ ਇਹ ਬਚਨ ਸੁਣੇ ਨੇ ਤਾਂ ਮਨ ਦੇ ਵਿੱਚ ਇੱਕ ਵਾਰ ਬਹੁਤ ਦੁੱਖ ਲੱਗਾ ਹੈ, ਕਿਉਂਕਿ ਗੁਰੂ ਸਾਹਿਬ ਨੇ ਸਰੀਰ ਤਿਆਗਣਾ ਤੇ ਜਦੋਂ ਸਰੀਰ ਤਿਆਗ ਦਿੱਤਾ ਤੇ ਗੁਰੂ ਕੇ ਦੀਦਾਰੇ ਨਹੀਂ ਹੋਣਗੇ। ਸਿੱਖ ਗੁਰੂ ਨੂੰ ਬੜਾ ਪਿਆਰ ਕਰਦੇ ਹਨ। ਸੋ ਇਸ ਤਰ੍ਹਾਂ ਜਦੋਂ ਇਹ ਸ਼ਬਦ ਸੁਣਿਆ ਕਿ ਅਸੀਂ ਸਰੀਰ ਤਿਆਗ ਦੇਣਾ ਤਾਂ ਬਾਬਾ ਅਰਥਮਲ ਜੀ ਨੂੰ ਬਹੁਤ ਦੁੱਖ ਲੱਗਾ। ਰੁਚਰ ਬਿਲੋਚਨ ਤੇ ਜਲ ਡਾਲਾ। ਨਾ ਚਾਹੁੰਦਿਆਂ ਹੋਇਆਂ ਵੀ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਹੈ। ਬੜਾ ਆਪਣੇ ਅੰਦਰ ਦੇ ਵੈਰਾਗ ਨੂੰ, ਦੁੱਖ ਨੂੰ ਰੋਕਿਆ, ਪਰ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ ਹੈ। ਹੇ ਪ੍ਰਭੂ ਤੁਮ ਅਲੇਪ ਸਭ ਸਮੇਂ। ਤੇ ਬੇਨਤੀ ਕਰਦੇ ਨੇ, ਹੇ ਪ੍ਰਭੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੁਸੀਂ ਤੇ ਹਰ ਸਮੇਂ ਅਲੇਪ ਹੋ, ਭਾਵ ਕਿ ਨਿਰਲੇਪ ਹੋ। ਤੁਸੀਂ ਕਿਸੇ ਚੀਜ਼ ਦੇ ਵਿੱਚ ਲੁਪਾਏਮਾਨ ਨਹੀਂ ਹੋ। ਨਾ ਤੁਹਾਨੂੰ ਕੋਈ ਸੁੱਖ ਵਿਆਪਦਾ ਹੈ, ਨਾ ਦੁੱਖ ਵਿਆਪਦਾ ਹੈ, ਨਾ ਸੰਸਾਰ ਦੇ ਵੱਲੋਂ ਕਹੇ ਗਏ ਸ਼ਬਦਾਂ ਵਿੱਚ ਲੁਪਾਏਮਾਨ ਹੁੰਦੇ ਹੋ। ਮਹਾਰਾਜ ਤੁਸੀਂ ਹਰ ਪ੍ਰਕਾਰ ਕਰਕੇ ਅਲੇਪ ਹੋ। ਦਰਸ ਲਾਭ ਸੁਖ ਸੋ ਬੜ ਹਮੈ। ਤੇ ਇਹ ਜਿਹੜਾ ਤੁਹਾਡੇ ਦਰਸ਼ਨ ਕਰਕੇ ਮੈਨੂੰ, ਮੇਰੇ ਵਰਗੀਆਂ ਬੇਅੰਤ ਸੰਗਤਾਂ ਨੂੰ ਮਹਾਰਾਜ ਬਹੁਤ ਵੱਡਾ ਦਰਸ਼ਨ ਪ੍ਰਾਪਤ ਤੇ ਦਰਸ਼ਨ ਦਾ ਲਾਭ ਪ੍ਰਾਪਤ ਹੁੰਦਾ ਹੈ। ਤੁਸੀਂ ਤੇ ਅਲੇਪ ਹੋ, ਤੁਹਾਨੂੰ ਇਸ ਸਰੀਰ ਦੇ ਨਾਲ ਕੋਈ ਮੋਹ ਨਹੀਂ। ਸਰੀਰ ਨੂੰ ਰੱਖਣਾ, ਤਿਆਗ ਦੇਣਾ ਤੁਹਾਡੇ ਵਾਸਤੇ ਕੋਈ ਮੁਸ਼ਕਲ ਨਹੀਂ ਹੈ। ਪਰ ਮਹਾਰਾਜ ਤੁਹਾਡੇ ਦੀਦਾਰ ਕਰਕੇ ਮੇਰੇ ਵਰਗੀਆਂ ਹਜ਼ਾਰਾਂ ਸੰਗਤਾਂ ਨੂੰ
ਬੜਾ ਲਾਭ ਪ੍ਰਾਪਤ ਹੁੰਦਾ ਹੈ। ਸਿੱਖ ਸੰਗਤ ਸਭ ਰਹੇ ਬਿਸੂਰਤ। ਤੇ ਮਹਾਰਾਜ ਜੀ ਸਾਰੀ ਸਿੱਖ ਸੰਗਤ ਤੇ ਇਸ ਤਰ੍ਹਾਂ ਜਦੋਂ ਤੁਹਾਡੇ ਦਰਸ਼ਨ ਨਹੀਂ ਹੋਣਗੇ ਤੇ ਮਹਾਰਾਜ ਅਸੀਂ ਤਾਂ ਝੂਰਦੇ ਰਿਹਾ ਕਰਾਂਗੇ ਤੁਹਾਡੀ ਇੱਕ ਦੀਦ, ਤੁਹਾਡੀ ਇੱਕ ਝਲਕ ਲੈਣ ਵਾਸਤੇ। ਕਰਤ ਪ੍ਰੇਮ ਹੇਰਤ ਤੁਮ ਮੂਰਤ। ਮਹਾਰਾਜ ਸਾਰੀ ਸੰਗਤ ਬੜਾ ਪ੍ਰੇਮ ਧਾਰਨ ਕਰਕੇ ਤੁਮ ਮੂਰਤ ਭਾਵ ਕੇ ਤੁਹਾਡੇ ਇਸ ਪਾਵਨ ਸਰੀਰ ਦੇ ਦੀਦਾਰ ਕਰਦੇ ਨੇ। ਹੇਰਤ ਦਿਨ ਰਾਤ ਚੱਕਵੀ ਦੀ ਤਰ੍ਹਾਂ, ਚਕੋਰ ਦੀ ਤਰ੍ਹਾਂ ਤੁਹਾਡੇ ਵੱਲ ਦੇਖਦੇ ਹਨ। ਕਰੋ ਅਨੇਕਨ ਕੋ ਕਲਿਆਣ। ਤੇ ਮਹਾਰਾਜ ਤੁਸੀਂ ਅਨੇਕਾਂ ਸਿੱਖ ਸੰਗਤਾਂ ਦਾ ਕਲਿਆਣ ਕੀਤਾ ਹੈ, ਕਰ ਰਹੇ ਹੋ ਤੇ ਅਗਾਂਹ ਕਰਨਾ ਹੈ। ਪਰ ਉਪਕਾਰੀ ਸਦਾ ਮਹਾਨ। ਮਹਾਰਾਜ ਤੁਸੀਂ ਸਦਾ ਪਰਉਪਕਾਰੀ ਹੋ, ਤੁਹਾਡਾ ਸੁਭਾਅ ਹੈ ਹਮੇਸ਼ਾ ਪਰਉਪਕਾਰ ਕਰਨਾ। ਤੇ ਮਹਾਰਾਜ ਤੁਸੀਂ ਮਹਾਨ ਹੋ, ਮਹਾਨ ਹੋ। ਤੁਰਕ ਜੁਗਤ ਚੰਦੋ ਦੁਖ ਪਾਵੈ। ਬਾਕੀ ਰਹੀ ਗੱਲ ਇਹ ਜਿਹੜੀ ਚੰਦੂ ਨੇ ਦੂਤੀ ਕੀਤੀ ਹੈ, ਭਾਵ ਚੰਦੂ ਨੇ ਜਿਹੜੀ ਚੁਗਲੀ ਲਾਈ ਹੈ, ਮਹਾਰਾਜ ਜੀ ਇਹ ਸੱਚ ਹੈ ਕਿ ਤੁਰਕ ਯੁੱਤ ਭਾਵ ਕਿ ਤੁਰਕਾਂ ਦੇ ਸਮੇਤ, ਬਾਦਸ਼ਾਹ ਜਹਾਂਗੀਰ ਦੇ ਸਮੇਤ ਇਹ ਸਾਰਾ ਚੰਦੂ ਜਿਹੜਾ ਹੈ ਇਹ ਵੀ ਬੜਾ ਭਾਰੀ ਦੁੱਖ ਪ੍ਰਾਪਤ ਕਰੇਗਾ। ਹਰਖ ਤਰਤ ਔਰ ਬਿਖ ਕੋ ਖਾਵੈ। ਇਸ ਵਕਤ ਬੜਾ ਖੁਸ਼ ਹੋ ਕਰਕੇ ਇਹ ਇਸ ਜ਼ਹਿਰ ਨੂੰ ਖਾ ਰਿਹਾ ਹੈ ਤੇ ਜ਼ਹਿਰ ਹੀ ਹੈ ਜਿਹੜੀ ਤੁਹਾਡੀ ਚੁਗਲੀ ਲਾਈ ਹੈ ਜਾਂ ਤੁਹਾਨੂੰ ਦੁੱਖ ਸਜ਼ਾ ਦਿਵਾਉਣ ਵਾਸਤੇ ਤਰਲੋ ਮੱਛੀ ਹੋਇਆ ਹੈ। ਮਹਾਰਾਜ ਹੈ ਤਾਂ ਇਹ ਜ਼ਹਿਰ ਹੈ, ਪਰ ਇਸ ਵਕਤ ਚੰਦੂ ਬੜਾ ਖੁਸ਼ ਹੋ ਕੇ ਇਸ ਜ਼ਹਿਰ ਨੂੰ ਗ੍ਰਹਿਣ ਕਰ ਰਿਹਾ ਹੈ। ਜਬ ਘਟ ਅੰਤਰ ਪਹੁੰਚੈ ਜਾਈ। ਪਰ ਇਹਨੂੰ ਇਹ ਨਹੀਂ ਪਤਾ ਕਿ ਜਦੋਂ ਇਹ ਜ਼ਹਿਰ ਇਹਦੇ ਸਰੀਰ ਘਟ ਦੇ ਅੰਦਰ ਪਹੁੰਚ ਨਹੀਂ ਕਰੇਗੀ, ਸੋਖ ਅੰਗ ਪ੍ਰਾਨ ਬਿਨ ਸਾਈ। ਤੇ ਇਹਦੇ ਪ੍ਰਾਨ ਵੀ ਨਿਕਲਣਗੇ ਤੇ ਇਹਦੇ ਸਰੀਰ ਨੂੰ ਵੀ ਸੋਖਾ ਸੁਕਾ ਦੇਵੇਗੀ ਇਹ ਜ਼ਹਿਰ, ਭਾਵ ਸਰੀਰ ਨੂੰ ਵੀ ਬਹੁਤ ਜ਼ਿਆਦਾ ਦੁੱਖ ਦੇਵੇਗੀ ਤੇ ਇਹਦੇ ਪ੍ਰਾਣ ਵੀ ਕੱਢ ਕੇ ਰੱਖ ਦੇਵੇਗੀ। ਐਸੇ ਅਵੇ ਨਾਹਿ ਨ ਜਾਣੈ। ਹਾਂ, ਇਸ ਵਕਤ ਮਹਾਰਾਜ ਇਹ ਇਸ ਗੱਲ ਨੂੰ ਸਮਝ ਨਹੀਂ ਰਿਹਾ ਹੈ ਚੰਦੂ, ਕਿਉਂਕਿ ਇਹਦੇ ਸਿਰ ਦੇ ਉੱਤੇ ਜੋ ਇਹਦੇ ਕੋਲ ਅਹੁਦਾ ਹੈ, ਜੋ ਪਦਵੀ ਹੈ, ਉਹਦਾ ਹੰਕਾਰ ਮੰਡਰਾ ਰਿਹਾ ਹੈ। ਇਹਦੇ ਮਨ ਦੇ ਅੰਦਰ ਆਪਣਾ ਹੰਕਾਰ ਜਿਹੜਾ ਉਹ ਬਹੁਤ ਜ਼ਿਆਦਾ ਬਲਸ਼ਾਲੀ ਹੋਇਆ ਹੈ। ਇਹ ਤੁਹਾਡੇ ਪ੍ਰਤਾਪ ਨੂੰ ਸਮਝਦਾ ਨਹੀਂ ਪਿਆ। ਸੋ ਇਸ ਵਕਤ ਮਹਾਰਾਜ ਜੀ ਨੂੰ ਕੋਈ ਵੀ ਜਿਹੜੀ ਹੈ ਉਹ ਸੋਝੀ ਸਮਝ ਨਹੀਂ ਆ ਰਹੀ ਹੈ। ਸੰਗ ਨਿਰਵੈਰ ਬੈਰ ਜੋ ਠਾਨੈ। ਮਹਾਰਾਜ ਇਹ ਸਚਾਈ ਹੈ ਇਸ ਧਰਤੀ ਦੀ, ਜਿਹੜਾ ਕੋਈ ਨਿਰਵੈਰ ਦੇ ਨਾਲ ਵੈਰ ਕਰਦਾ ਹੈ, ਇਹ ਇਕੱਲੇ ਚੰਦੂ ਦੀ ਗੱਲ ਨਹੀਂ, ਇਹ ਰਹਿੰਦੀ ਦੁਨੀਆ ਤੱਕ ਬਾਬਾ ਅਰਥਮਲ ਜੀ ਦੇ ਇਹ ਵਚਨ ਬਿਲਕੁਲ ਸੱਤ ਨੇ ਕਿ ਜਿਹੜਾ ਕਿਸੇ ਵੀ ਨਿਰਵੈਰ ਦੇ ਨਾਲ ਕੋਈ ਵੈਰ ਕਰਦਾ, ਜੋ ਕਦੀ ਕਿਸੇ ਨਾਲ ਕੋਈ ਵੈਰ ਨਾ ਕਰਦਾ ਹੋਵੇ ਤੇ ਆਪਾਂ ਉਹਦੇ ਨਾਲ ਈਰਖਾ ਕਰੀਏ, ਉਹਦੇ ਨਾਲ ਵੈਰ ਕਰੀਏ ਤੇ ਉਹਨੂੰ ਬਹੁਤ ਭਾਰੀ ਦੁੱਖ ਪ੍ਰਾਪਤ ਹੁੰਦਾ ਹੈ। ਆਪਦ ਪਰੈ ਨੋ ਪਰ ਜਬੈ। ਤੇ ਕਹਿਣ ਲੱਗੇ ਮਹਾਰਾਜ ਜੀ ਇਸ ਚੰਦੂ ਦੇ ਉੱਤੇ, ਜਿਸ ਬਾਦਸ਼ਾਹ ਦੇ ਉੱਤੇ, ਇਹਨਾਂ ਤੁਰਕਾਂ ਦੇ ਉੱਤੇ ਜਦੋਂ ਆਪਦ ਪਵੇਗੀ, ਭਾਵ ਜਦੋਂ ਇਹਨਾਂ ਤੇ ਦੁੱਖ ਮੁਸੀਬਤ ਆ ਕੇ ਟੁੱਟਣਗੇ, ਇਸ ਫਲ ਕੋ ਪਾਵੇਂਗੇ ਤਬੈ। ਇਹ ਜਿਹੜਾ ਫਲ ਹੈ ਨਾ ਇਹਨਾਂ ਨੂੰ ਸਮੇਂ ਦੇ ਨਾਲ ਪ੍ਰਾਪਤ ਜ਼ਰੂਰ ਹੋਏਗਾ। ਆ ਜਿਹੜਾ ਦੁੱਖ ਦਾ ਫਲ ਹੈ, ਆ ਜਿਹੜਾ ਇਹਦੇ ਸਰੀਰ ਨੇ ਸੁੱਕਣਾ, ਪ੍ਰਾਣ ਰਹਿਤ ਹੋ ਜਾਣਾ, ਮਹਾਰਾਜ ਉਸ ਵਕਤ ਇਸ ਫਲ ਨੂੰ ਜ਼ਰੂਰ ਪ੍ਰਾਪਤ ਕਰਨਗੇ। ਜੋ ਕਰਤੇ ਨੇ ਕਾਰਨ ਕਰਨੇ। ਬਾਕੀ ਮਹਾਰਾਜ ਜੋ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਕਾਰਨ ਕਰਨੇ ਹਨ। ਭਾਵ ਆਉਣ ਵਾਲੇ ਸਮੇਂ ਵਿੱਚ ਤੁਸੀਂ ਜੋ ਖੇਡਾਂ ਵਰਤਾਉਣੀਆਂ ਹਨ, ਤੁਸੀਂ ਹੀ ਤਾਂ ਅਕਾਲ ਪੁਰਖ ਰੂਪ ਹੋ। ਮਹਾਰਾਜ ਆਉਣ ਵਾਲੇ ਸਮੇਂ ਅੰਦਰ ਜੋ ਵੀ ਇਹਨਾਂ ਦੀ ਮੌਤ ਦੇ ਕਾਰਨ ਬਣਨੇ ਹਨ, ਸੋ ਸਭ ਤੇ ਕਾਰਜ ਹੈ ਸਰਨੇ। ਤੇ ਉਹ ਸਾਰੇ ਕਾਰਜ ਮਹਾਰਾਜ ਜੀ ਆਪਣੇ ਆਪ ਸਰ ਜਾਣੇ ਹਨ। ਇਸ ਵਕਤ ਵੀ ਇਹ ਜੋ ਕਰ ਰਹੇ ਹਨ, ਇਹ ਸਾਰਾ ਇਹਨਾਂ ਨੂੰ ਇਹਦਾ ਫਲ ਜਿਹੜਾ ਸਮੇਂ ਨਾਲ ਪ੍ਰਾਪਤ ਹੋਣਾ ਹੈ। ਅਬ ਚਲ ਨੀਵ ਰੱਖੀ ਗੁਰ ਨਾਨਕ। ਬਾਕੀ ਇਹ ਜੇ ਇਹ ਸੋਚਣ ਕਿ ਅਸੀਂ ਗੁਰੂ ਨਾਨਕ ਦੇ ਘਰ ਦੀ ਜਾਂ ਸਿੱਖੀ ਦੀ ਕੋਈ ਨੀਂਹ ਉਖਾੜ ਕੇ ਰੱਖ ਦੇਵਾਂਗੇ, ਕਿਉਂਕਿ ਕਦੇ ਨਾ ਕਦੇ ਇਹਨਾਂ ਜ਼ਾਲਮਾਂ ਦੇ ਮਨ ਵਿੱਚ ਪਹਿਲਾਂ ਵੀ ਆਉਂਦਾ ਸੀ, ਅੱਜ ਵੀ ਕਿਤੇ ਨਾ ਕਿਤੇ ਆਉਂਦਾ ਰਿਹਾ, 84 ਵਿੱਚ ਵੀ ਆਇਆ ਵੀ ਸ਼ਾਇਦ ਅਸੀਂ ਇਹਨਾਂ ਦੀਆਂ ਨੀਹਾਂ ਉਖਾੜ ਕੇ ਰੱਖ ਦੇਵਾਂਗੇ, ਅਸੀਂ ਸਿੱਖ ਪੰਥ ਦੀ ਜੜ ਪੁੱਟ ਕੇ ਰੱਖ ਦੇਵਾਂਗੇ। ਬੜੇ ਇੱਥੇ ਅਬਦਾਲੀ ਵਰਗਿਆਂ ਦੇ ਵੀ ਇਹ ਸ਼ਬਦ ਸਨ ਕਦੇ। ਸੋ ਇਸ ਤਰ੍ਹਾਂ ਬਹੁਤ ਹਾਕਮਾਂ ਨੇ ਸ਼ਬਦ ਕਹੇ, ਸ਼ਾਇਦ ਆਉਣ ਵਾਲੀ ਦੁਨੀਆ 'ਚ ਵੀ ਕਹਿਣਗੇ, ਪਰ ਯਾਦ ਰੱਖੀਏ ਇਹ ਗੁਰੂ ਨਾਨਕ ਨੇ ਨੀਂਹ ਰੱਖੀ ਹੈ। ਇਸ ਕਰਕੇ ਬਾਬਾ ਅਰਥਮਲ ਜੀ ਕਹਿੰਦੇ ਇਹ ਅਬ ਚੱਲ ਨੀਵ,
ਇਹ ਨੀਂਹ ਉਹ ਹੈ ਜਿਹਨੂੰ ਕੋਈ ਹਿਲਾ ਨਹੀਂ ਸਕਦਾ। ਇਹ ਨੀਂਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਰੱਖੀ ਹੈ। ਪਚ ਹੈ ਨਿੰਦਕ ਦੁਸ਼ਟ ਅਚਾਨਕ। ਤੇ ਜਿਹੜੇ ਇਹ ਨਿੰਦਕ ਲੋਕ ਹਨ, ਜਿਹੜੇ ਗੁਰੂ ਨਾਨਕ ਦੇ ਘਰ ਦੀ ਨਿੰਦਾ ਕਰਨ ਵਾਲੇ, ਗੁਰੂ ਸਾਹਿਬ ਦੀ ਨਿੰਦਾ ਕਰਨ ਵਾਲੇ, ਇਹ ਜਿਹੜੇ ਦੁਸ਼ਟ ਲੋਕ ਹਨ, ਅਚਾਨਕ ਹੀ ਖੱਪ ਮਰ ਜਾਵਣਗੇ। ਬਹੁਰ ਅਰਥ ਮਲ ਜੋਰੇ ਹਾਥ। ਫਿਰ ਬਾਬਾ ਅਰਥ ਮੱਲ ਜੀ ਨੇ ਹੱਥ ਜੋੜੇ ਤੇ ਬੇਨਤੀ ਕਰਨ ਲੱਗੇ, ਸੁਨੂ ਬਿਨੈ ਸ੍ਰੀ ਅਰਜਨ ਨਾਥ। ਕਿ ਮਹਾਰਾਜ ਜੀ, ਮੈਂ ਇੱਕ ਬੇਨਤੀ ਰੂਪ ਦੇ ਵਿੱਚ ਇੱਕ ਸੁਝਾਅ ਵੀ, ਇੱਕ ਬੇਨਤੀ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਹੈ। ਸੋ ਮਹਾਰਾਜ ਜੀ ਆਪ ਜੀ ਪ੍ਰਵਾਨ ਕਰ ਲਓ, ਕਿਉਂਕਿ ਤੁਸੀਂ ਜਦੋਂ ਇਹ ਸ਼ਬਦ ਕਿਹਾ ਅਸੀਂ ਆਪਣੇ ਸਰੀਰ ਦਾ ਤਿਆਗ ਕਰ ਦੇਣਾ, ਠੀਕਰਾ ਫੋੜ ਦੇਣਾ, ਤਾਂ ਮਹਾਰਾਜ ਜੀ ਮੇਰੇ ਮਨ 'ਚ ਜੋ ਭਾਵਨਾ ਆਉਂਦੀ ਹੈ ਮੈਂ ਬੇਨਤੀ ਰੂਪ ਵਿੱਚ ਆਪ ਜੀ ਨੂੰ ਕਹਿਣ ਲੱਗਾ, ਸੁਣਨਾ ਕਰੋ। ਮਮ ਕਾਇਆ ਹੈ ਆਪ ਅਗਾਰੀ। ਮਹਾਰਾਜ ਜੀ, ਜੇ ਕੇਵਲ ਇੱਕ ਸਰੀਰ ਦੀ ਲੋੜ ਹੈ, ਜੇ ਸਰੀਰ ਦਾ ਠੀਕਰਾ ਫੋੜਨ ਦੀ ਗੱਲ ਹੈ, ਮੈਂ ਤੁਹਾਡੀ ਬਰਾਬਰੀ ਤੇ ਨਹੀਂ ਕਰਦਾ, ਪਰ ਮਹਾਰਾਜ ਜੀ ਇਹ ਮੇਰੀ ਕਾਇਆ, ਇਹ ਮੇਰਾ ਸਰੀਰ ਜਿਹੜਾ ਹੈ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਤਜ ਕਰ ਦਿਓ ਜਰ ਤੁਰ ਕੋ ਖਾਰੀ। ਮਹਾਰਾਜ ਜੀ ਤੁਸੀਂ ਹੁਕਮ ਕਰੋ ਤੇ ਮੈਂ ਇਸ ਸਰੀਰ ਨੂੰ ਤਜ ਦੇਣਾ, ਤਿਆਗ ਦੇਣਾ, ਤੇ ਮੈਂ ਇਹਨਾਂ ਤੁਰਕਾਂ ਦੀ ਜੜ ਜਿਹੜੀ ਹੈ ਇਸ ਸਰੀਰ ਨੂੰ ਤਿਆਗ ਕੇ ਪੁੱਟ ਦਿੰਦਾ ਹਾਂ। ਕਿੰਨਾ ਸਿੱਖਾਂ ਵਿੱਚ ਬਲ ਸੀ, ਅੱਜ ਵੀ ਹੈ, ਸਿੱਖਾਂ ਵਿੱਚ ਬੜਾ ਬਲ ਹੈ, ਪਰ ਸਿੱਖ ਗੁਰੂ ਕੇ ਹੁਕਮ ਵਿੱਚ ਚੱਲਦੇ ਨੇ। ਕਈ ਵਾਰ ਕੁਝ ਲੋਕ ਕਹਿ ਦਿੰਦੇ, ਲਓ ਜੀ ਆਹ ਹੋ ਗਿਆ, ਕੋਈ ਬੋਲਿਆ ਨਹੀਂ, ਪੰਥ ਨੇ ਕੀ ਕਰ ਲਿਆ, ਫਲਾਣੇ ਨੇ ਕੀ ਕਰ ਲਿਆ। ਸਿੱਖ ਬੜਾ ਕੁਝ ਵਿਚਾਰਦਾ, ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਕਦੀ ਆਪੇ ਤੋਂ ਬਾਹਰ ਹੋ ਕੇ ਕੋਈ ਕੰਮ ਨਹੀਂ ਕਰਦਾ। ਇਸ ਲਈ ਬਾਬਾ ਅਰਥਮਲ ਜੀ ਕਹਿੰਦੇ, ਮਹਾਰਾਜ ਤੁਹਾਡੀ ਹੁਕਮ ਹੋਵੇ, ਜੇ ਤੁਸੀਂ ਇੱਕ ਇਸ਼ਾਰਾ ਮਾਤਰ ਕਰ ਦਿਓ ਤੇ ਮੈਂ ਆਪਣਾ ਸਰੀਰ ਤਿਆਗ ਕੇ ਇਹਨਾਂ ਤੁਰਕਾਂ ਦੀ ਜੜ ਪੁੱਟ ਸੁੱਟਦਾ ਹਾਂ। ਤੁਮ ਬਿਨ ਜਗ ਮੈਂ ਰਹਿਨ ਨ ਪਾਵੈ। ਕਿਉਂਕਿ ਮਹਾਰਾਜ ਜੀ ਤੁਸੀਂ ਹੀ ਸਰੀਰ ਤਿਆਗ ਦਿੱਤਾ ਤੇ ਤੁਹਾਡੇ ਤੋਂ ਬਾਅਦ ਮੇਰਾ ਜੱਗ ਵਿੱਚ ਰਹਿਣਾ ਜਿਹੜਾ ਇਹ ਮੈਨੂੰ ਭਾਉਂਦਾ ਨਹੀਂ ਹੈ। ਭਾਵ ਤੁਹਾਡੇ ਦੀਦਾਰ ਕਰ ਕਰਕੇ ਹੀ, ਤੁਹਾਡੀਆਂ ਅਸੀਸਾਂ ਲੈ ਕੇ, ਤੁਹਾਡਾ ਉਪਦੇਸ਼ ਸਰਵਣ ਕਰਕੇ ਹੀ ਤਾਂ ਅਸੀਂ ਜਿਉਂਦੇ ਹਾਂ। ਸੋ ਮਹਾਰਾਜ ਜੀ ਉਸ ਤੋਂ ਬਾਅਦ ਜਿਉਣਾ ਭਲਾ ਨਹੀਂ ਲੱਗੇਗਾ। ਅਬ ਪਰਲੋਕ ਚਲਨ ਬਨਿਆਵੈ। ਫਿਰ ਮਹਾਰਾਜ ਜੀ ਜੇ ਤੁਸੀਂ ਹੀ ਇਹ ਫੈਸਲਾ ਕਰ ਲਿਆ ਕਿ ਅਸੀਂ ਪਰਲੋਕ ਚਲੇ ਜਾਣਾ, ਸੱਚਖੰਡ ਚਲੇ ਜਾਣਾ, ਤਾਂ ਮਹਾਰਾਜ ਜੀ ਫਿਰ ਮੇਰਾ ਵੀ ਇਹ ਫੈਸਲਾ ਹੈ ਕਿ ਮੈਨੂੰ ਵੀ ਪਰਲੋਕ ਚਲੇ ਜਾਣਾ ਹੀ ਬਣ ਆਉਂਦਾ ਹੈ। ਦੇਹੋ ਆ ਗਿਆ ਮੈਂ ਰਹੋ, ਦੇਹੋ ਆ ਗਿਆ ਮੈਂ ਕਰੋ ਚਲਾਨਾ। ਸੋ ਇਹ ਸਤਿਗੁਰੂ ਪਾਤਸ਼ਾਹ ਜੀ ਮੈਨੂੰ ਆਗਿਆ ਦਿਓ ਤੇ ਮੈਂ ਆਪਣਾ ਸਰੀਰ ਜਿਹੜਾ ਹੈ ਠੀਕਰਾ ਫੋੜ ਕੇ ਨਾ ਤੁਰਕਾਂ ਦੀ ਜੜ ਪੁੱਟ ਕੇ ਚਲਾਨਾ ਕਰ ਜਾਵਾਂ, ਭਾਵੇਂ ਇਸ ਸੰਸਾਰ ਤੋਂ ਚਾਲੇ ਮਾਰ ਜਾਵਾਂ। ਆਪ ਰੱਖੋ ਤਨ ਕਾਲ ਮਹਾਨਾ। ਤੇ ਮਹਾਰਾਜ ਤੁਹਾਡੇ ਸਰੀਰ ਦੀ ਬਹੁਤ ਲੋੜ ਹੈ ਹਾਲੇ ਦੁਨੀਆ ਨੂੰ, ਪੰਥ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ। ਸੋ ਮਹਾਰਾਜ ਜੀ ਆਪ ਆਪਣੇ ਸਰੀਰ ਨੂੰ ਚਿਰ ਕਾਲ ਤੱਕ ਰੱਖੋ, ਤੁਹਾਡੇ ਸਰੀਰ ਦੀ ਬੜੀ ਲੋੜ ਹੈ। ਜਿਵੇਂ ਕਦੀ ਚਮਕੌਰ ਸਾਹਿਬ ਦੀ ਧਰਤੀ ਦੀ ਦਾਸਤਾਂ ਪੜ੍ਹੀਏ ਤੇ ਉੱਥੇ ਵੀ ਗੁਰੂ ਕੇ ਸਿੰਘਾਂ ਨੇ ਆ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਇਹੀ ਬੇਨਤੀ ਕੀਤੀ ਕਿ ਮਹਾਰਾਜ ਜੀ ਜੇ ਅਸੀਂ ਸ਼ਹੀਦ ਹੋ ਜਾਂਦੇ ਹਾਂ, ਠੀਕ ਹੈ, ਸਾਡੀ ਸ਼ਹਾਦਤ ਦੇ ਨਾਲ ਇੱਕ ਸਿੱਖਾਂ ਦੀ ਭਾਵਨਾ ਨਾਲ ਸ਼ਬਦ ਕਵਾਂ ਘਾਟਾ ਬਹੁਤ ਵੱਡਾ ਪੰਥ ਨੂੰ ਪੈਂਦਾ, ਪਰ ਮਹਾਰਾਜ ਜੀ ਜੇ ਤੁਸੀਂ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਇਹ ਸ਼ਬਦ ਜਿਹੜੇ ਹਨ ਕਹਿਣ ਤੋਂ ਪਰੇ ਹੋ ਜਾਣਗੇ, ਕਿਉਂਕਿ ਜੇ ਤੁਸੀਂ ਸ਼ਹੀਦੀ ਪ੍ਰਾਪਤ ਕਰ ਲਈ ਸਾਨੂੰ ਤੁਹਾਡੇ ਵਰਗਾ ਪਰਤ ਕੇ ਗੁਰੂ ਨਹੀਂ ਲੱਭੇਗਾ। ਜੇ ਅਸੀਂ ਸ਼ਹਾਦਤ ਪ੍ਰਾਪਤ ਕਰ ਲਈ ਤੁਸੀਂ ਸਾਡੇ ਵਰਗੇ ਲੱਖਾਂ ਸਿੱਖ ਤਿਆਰ ਕਰ ਦਿਓਗੇ, ਲੱਖਾਂ ਸਿੰਘ ਸੂਰਮੇ ਤਿਆਰ ਕਰ ਦਿਓਗੇ। ਸੋ ਇਸ ਤਰ੍ਹਾਂ ਬਾਬਾ ਅਰਥਮਲ ਜੀ ਵੀ ਕਹਿੰਦੇ ਨੇ, ਮਹਾਰਾਜ ਤੁਹਾਡੇ ਸਰੀਰ ਦੀ ਬਹੁਤ ਲੋੜ ਹੈ, ਸੋ ਤੁਸੀਂ ਆਪਣੇ ਸਰੀਰ ਨੂੰ ਇਸੇ ਤਰ੍ਹਾਂ ਕਾਇਮ ਰੱਖੋ ਤੇ ਮੈਂ ਆਪਣਾ ਸਰੀਰ ਜਿਹੜਾ ਇਹਨੂੰ ਤਿਆਗ ਦਿੰਦਾ ਹਾਂ। ਸ੍ਰੀ ਅਰਜਨ ਸੁਨ ਕਰ ਬਚ ਪ੍ਰੇਮ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹ ਬੜੇ ਪ੍ਰੇਮ ਭਰੇ ਸ਼ਬਦ ਜਿਹੜੇ ਸਨ ਸੁਣ ਕਰਕੇ ਕਹਿਓ ਰਹੋ ਤੁਮ ਤਨ ਜੁਤ ਛੇਮ। ਕਹਿਣ ਲੱਗੇ, ਨਹੀਂ ਨਹੀਂ ਬਾਬਾ ਅਰਥਮਲ ਜੀ ਤੁਸੀਂ ਤਨ ਜੁਤ ਛੇਮ, ਤੁਸੀਂ ਆਪਣੇ ਤਨ ਨੂੰ ਬੜੇ ਸੁੱਖ ਦੇ ਨਾਲ ਇਸ ਦੁਨੀਆ, ਇਸ ਸੰਸਾਰ ਦੇ ਉੱਤੇ ਟਿਕਾ ਕੇ ਰੱਖਣਾ ਕਰੋ। ਰਹੀ ਆਰ ਬਲ ਖਾਸੁਰ ਚਾਲੀ। ਸਭ ਕਹਿੰਦੇ ਤੁਹਾਡੀ ਜਿਹੜੀ ਆਰਬਲਾ, ਤੁਹਾਡੀ ਜਿਹੜੀ ਉਮਰ ਹੈ ਨਾ, ਹੁਣ ਕੋਈ ਬਹੁਤ ਲੰਬੇਰੀ ਵੀ ਨਹੀਂ, ਸਿਰਫ ਤੁਹਾਡੀ 40 ਦਿਨ ਦੀ ਉਮਰ ਜਿਹੜੀ ਇਸ ਸੰਸਾਰ ਤੇ ਬਾਕੀ ਰਹਿੰਦੀ ਹੈ। ਤਬ ਤੁਮ ਕਾਇਆ ਤਜੋ ਸੁਖਾਲੀ। ਤੇ ਤੁਸੀਂ ਬੜੇ ਸੁੱਖ ਦੇ ਨਾਲ ਆਪਣੀ ਇਸ ਕਾਇਆ ਨੂੰ 40 ਦਿਨ ਬਾਅਦ ਤਜ ਦੇਣਾ ਕਰਿਓ, ਤਿਆਗ ਦੇਣਾ ਕਰਿਓ। ਮਿਲੋ ਆਨ ਪਰ ਲੋਕ ਸੁਮੋਹੀ। ਤੇ ਫਿਰ ਤੁਸੀਂ ਜੋ ਕਹਿ ਰਹੇ ਹੋ ਮਹਾਰਾਜ ਤੁਹਾਡੇ ਤੋਂ ਬਾਅਦ ਮੈਨੂੰ ਰਹਿਣਾ ਜਿਹੜਾ ਉਹ ਸੌਖਾ ਨਹੀਂ ਲੱਗੇਗਾ, ਬੜਾ ਮੁਸ਼ਕਲ ਹੋ ਜਾਵੇਗਾ,
ਮਹਾਰਾਜ ਸਾਹਿਬ ਕਹਿਣ ਲੱਗੇ ਕਿ ਤੁਸੀਂ 40 ਦਿਨਾਂ ਬਾਅਦ ਤਨ ਤਿਆਗ ਕੇ ਸੱਚਖੰਡ ਆ ਕੇ ਸਾਨੂੰ ਮਿਲ ਪੈਣਾ ਕਰਿਓ। ਨਹਿ ਵਿਯੋਗ ਬਹੁ ਦਿਨ ਕੋ ਹੋਈ। ਇਹ ਜਿਹੜਾ ਵਿਛੋੜਾ, ਇਹ ਜਿਹੜਾ ਵਿਜੋਗ ਹੈ, ਇਹ ਤੁਹਾਡਾ ਤੇ ਸਾਡਾ ਬਹੁਤੇ ਦਿਨਾਂ ਦਾ ਨਹੀਂ ਰਹੇਗਾ। ਇਹ ਕੋਈ ਮਹੀਨਿਆਂ ਸਾਲਾਂ ਤੱਕ ਨਹੀਂ ਰਹੇਗਾ, ਸਿਰਫ 40 ਦਿਨਾਂ ਦੀ ਗੱਲ ਹੈ। ਉਸ ਤੋਂ ਬਾਅਦ ਤੁਸੀਂ ਫਿਰ ਸਾਨੂੰ ਮਿਲ ਪੈਣਾ ਹੈ। ਇਮਦੈ ਧੀਰਜ ਰਾਖਿਓ ਪਾਸੀ। ਇੰਜ ਧੀਰਜ ਦੇ ਕਰਕੇ ਸਾਹਿਬ ਪਾਤਸ਼ਾਹ ਜੀ ਨੇ ਬਾਬਾ ਅਰਥਮਲ ਜੀ ਨੂੰ ਆਪਣੇ ਕੋਲ ਰੱਖ ਲਿਆ ਹੈ। ਅਨਕ ਰੀਤ ਕੀ ਕਥਾ ਪ੍ਰਕਾਸ਼ੀ। ਤੇ ਹੋਰ ਵੀ ਕਈ ਪ੍ਰਕਾਰ ਦੀ ਕਥਾ ਵਾਰਤਾ ਉਸ ਕਰਤੇ ਦੇ ਘਰ ਦੇ ਅਗੰਮੀ ਬਚਨ ਹਜੂਰ ਪਾਤਸ਼ਾਹ ਜੀ ਸਾਂਝੇ ਕਰਨ ਲੱਗੇ ਹਨ। ਲੰਗਰ ਲਗਿਓ ਹੋਣ ਗੁਰ ਕੇਰਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੋਲ ਬਾਬਾ ਸੱਧੂ ਜੀ ਦੇ ਘਰ ਬਹੁਤ ਭਾਰੀ ਗਿਣਤੀ ਵਿੱਚ ਇਹ ਲੰਗਰ ਪ੍ਰਵਾਹ ਜਿਹੜੇ ਚੱਲਣ ਲੱਗੇ ਹਨ। ਹਰ ਪੈ ਸੰਗਤ ਆਨ ਘਨੇਰਾ। ਬੇਅੰਤ ਸੰਗਤਾਂ ਆਣ ਕਰਕੇ ਰਸਦ ਪਾਣੀ ਭੇਟਾਵਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰਦੀਆਂ ਹਨ। ਆਵੈ ਸਿੱਖ ਢੋਲ ਕਰ ਘਨੇ। ਤੇ ਬਹੁਤ ਸਿੱਖ ਜਿਹੜੇ ਹਨ ਨਾ, ਉਹ ਗੁਰੂ ਸਾਹਿਬ ਜੀ ਨੂੰ ਟੋਲ ਕਰ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਨਿਵਾਸ ਕੀਤਾ ਹੈ, ਉਸ ਘਰ ਨੂੰ ਪੁੱਛਦਿਆਂ ਲੱਭਦਿਆਂ ਦਾਤੇ ਜੀ ਦੇ ਦਰਸ਼ਨ ਕਰਨ ਆਉਣ ਲੱਗੇ ਹਨ। ਪੂਜ ਪੂਜ ਗਮਨੈ ਸੁਖ ਸਨੇ। ਤੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਚਰਨ ਪਾਹੁਲ ਲੈ ਕੇ ਹਜੂਰ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟਾ ਰੱਖ ਕੇ ਅਸੀਸਾਂ ਲੈ ਕਰਕੇ ਫਿਰ ਵਾਪਸ ਚਲੇ ਜਾਂਦੇ ਹਨ। ਸ੍ਰੀ ਅਰਜਨ ਕੋ ਪੁਰ ਆਗਵਨੋ। ਇਸ ਤਰ੍ਹਾਂ ਹਜੂਰ ਪਾਤਸ਼ਾਹ ਜੀ ਦਾ ਇਸ ਲਾਹੌਰਪੁਰੀ ਦੇ ਵਿੱਚ ਆਉਣਾ ਸੁਣ ਕਰਕੇ ਪਸਰੀ ਸੁਧ ਲਗ ਪਸਰੀ ਸੁਧ ਲਗ ਦੀਰਗ ਭਵਨ। ਤੇ ਸਾਰੇ ਪਾਸੇ ਦੀਰਘ ਭਵਨ ਨੂੰ, ਭਾਵੇਂ ਕੋਈ ਵੱਡੇ ਘਰ ਨੇ ਭਾਵੇਂ ਛੋਟੇ ਘਰ ਨੇ, ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਇੱਕ ਇੱਕ ਗਲੀ ਮਕਾਨ ਮੁਹੱਲੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਆਉਣ ਦੀ ਇਹ ਖਬਰ ਜਿਹੜੀ ਫੈਲ ਗਈ ਹੈ। ਸ਼ਰਧਾ ਸਹਿਤ ਭਾਉ ਕਰ ਤਰ ਤਰ। ਇਸ ਤਰ੍ਹਾਂ ਸਿੱਖ ਬੜੀ ਸ਼ਰਧਾ ਧਾਰਨ ਕਰਕੇ, ਬੜਾ ਪ੍ਰੇਮ ਧਾਰਨ ਕਰ ਕਰਕੇ ਜਾਹੇ ਸੰਗਤਾ ਆਨੰਦ ਕਰ ਕਰ। ਤੇ ਸੰਗਤਾਂ ਆਨੰਦ ਧਾਰਨ ਕਰ ਕਰਕੇ ਦਾਤਾਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆ ਰਹੀਆਂ ਨੇ। ਤੇ ਦਰਸ਼ਨ ਕਰਕੇ ਹਿਰਦਾ ਗਦ-ਗਦ ਹੁੰਦਾ ਹੈ। ਉਸ ਆਨੰਦ ਨੂੰ ਆਪਣੇ ਹਿਰਦੇ ਅੰਦਰ ਸਮਾ ਕਰਕੇ ਫਿਰ ਜਾਹੇ ਸੰਗਤਾਂ ਆਪਣੇ ਘਰਾਂ ਨੂੰ ਜਾ ਰਹੀਆਂ ਹਨ। ਸੁਜਸ ਉਚਾਰਤ ਨਰ ਤ੍ਰਿਏ ਕਰ ਕਰ। ਤੇ ਘਰ ਘਰ ਜਾ ਕਰਕੇ ਆਪੋ ਆਪਣੇ ਘਰਾਂ 'ਚ ਜਾ ਕੇ, ਗਲੀ ਮੁਹੱਲਿਆਂ ਵਿੱਚ ਜਾ ਕੇ ਇੱਕ ਦੂਜੇ ਦੇ ਕੋਲ ਇਸਤਰੀਆਂ ਪੁਰਖ ਗੁਰੂ ਸਾਹਿਬ ਜੀ ਦਾ ਇਹ ਜਸ, ਸਾਹਿਬ ਦੇ ਆਉਣ ਦੀ ਖਬਰ ਤੇ ਦਾਤੇ ਦੇ ਦਰਸ਼ਨ ਕਰਕੇ ਜੋ ਅੰਦਰ ਨੂੰ ਆਨੰਦ ਮਿਲਿਆ ਇੱਕ ਦੂਜੇ ਦੇ ਨਾਲ ਸਾਂਝਾ ਕਰਦੇ ਹਨ। ਉਪਦੇਸ ਸਤ ਨਿਤ ਸਿਮਰੋ ਹਰ ਹਰ। ਤੇ ਹਜੂਰ ਪਾਤਸ਼ਾਹ ਸਾਰਿਆਂ ਨੂੰ ਇੱਕ ਹੀ ਉਪਦੇਸ਼ ਬਖਸ਼ਦੇ ਨੇ ਕਿ ਨਿਤ ਸਿਮਰੋ ਹਰ ਹਰ, ਕਿ ਐ ਸੰਗਤ ਜੀ ਰੋਜ਼ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰੋ, ਦਿਨ ਰਾਤ ਉਸ ਕਰਤੇ ਨੂੰ ਯਾਦ ਕਰਿਆ ਕਰੋ। ਦੋਹਰਾ ਸਿੱਖ ਸੰਗਤ ਲਵ ਪੁਰੀ ਕੇ ਸਕਲ ਦਰਸ ਕੋ ਆਏ। ਇਸ ਤਰ੍ਹਾਂ ਲਾਹੌਰ ਦੀ ਬੇਅੰਤ ਸੰਗਤ, ਸਾਰੀ ਤਕਰੀਬਨ ਸੰਗਤ ਜਿਹੜੀ ਹੈ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਈ ਤੇ ਆ ਰਹੀ ਹੈ। ਬਹਿਰ ਦੂਰ ਕੇ ਸੁਨਤੇਤ ਆਨ ਪਏ ਸਮੁਦਾਏ। ਹੁਣ ਦੂਰ ਦੂਰ ਵੀ, ਦੂਰ ਦੇ ਪਿੰਡਾਂ ਸ਼ਹਿਰਾਂ ਵਿੱਚ ਵੀ ਜੇ ਕੋਈ ਸੰਗਤ ਬੈਠੀ, ਗੁਰੂ ਨਾਲ ਪਿਆਰ ਕਰਨ ਵਾਲਾ ਕੋਈ ਸਰੀਰ ਬੈਠਾ, ਉਹਨੂੰ ਵੀ ਜਦੋਂ ਖਬਰ ਮਿਲੀ ਹੈ, ਉਹ ਵੀ ਸਮਾਂ ਗਵਾਉਣ ਤੋਂ ਪਹਿਲਾਂ, ਭਾਵ ਕਿ ਅਜਾਈ ਨਾ ਨਿਕਲ ਜਾਏ, ਆਪਾਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਸੋਚਦੇ ਅੱਜ ਚੱਲਾਂਗੇ, ਅਗਲੇ ਮਹੀਨੇ ਚੱਲਾਂਗੇ, ਅਗਲੇ ਸਾਲ ਚੱਲਾਂਗੇ। ਪੁਰਾਣੇ ਸਿੱਖਾਂ ਨੂੰ ਜਦੋਂ ਖਬਰ ਮਿਲਦੀ ਸੀ ਗੁਰੂ ਸਾਹਿਬ ਆਏ ਨੇ, ਤਾਂ ਉਹ ਆਪਣੇ ਸਾਰੇ ਕੰਮਕਾਜ ਸੰਕੋਚ ਕੇ ਉਸੇ ਵੇਲੇ ਤੁਰ ਪੈਂਦੇ ਸਨ। ਜਿਸ ਤਰ੍ਹਾਂ ਦੂਰ ਦੁਰਾਡੇ ਦੀਆਂ ਸਿੱਖ ਸੰਗਤਾਂ ਜਿਹੜੀਆਂ ਉਹ ਵੀ ਤੁਰੰਤ ਗੁਰੂ ਦੇ ਦਰਸ਼ਨ ਕਰਨ ਚੱਲ ਪਈਆਂ ਹਨ। ਸਵਈਆ ਛੰਦ ਆਨ ਉਪਾਇਨ ਅਰਪੈ ਦਰਸੈ। ਇਸ ਤਰ੍ਹਾਂ ਹਜੂਰ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ, ਆ ਕਰਕੇ ਆਪਣੀਆਂ ਭੇਟਾਵਾਂ ਅਰਪਣ ਕਰਦੇ ਨੇ ਤੇ ਦਾਤਾਰ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦੇ ਹਨ। ਵੱਡੇ ਭਾਗ ਸੁਨ ਸੁਨ ਉਪਦੇਸਤ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਸੁਣ ਕੇ ਵੱਡਿਆਂ ਭਾਗਾਂ ਵਾਲੇ ਹੁੰਦੇ ਹਨ। ਜਿੰਜ ਕਹਿ ਲਓ ਇਹ ਵੱਡਿਆਂ ਭਾਗਾਂ ਵਾਲੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਦੇ ਹਨ। ਸਤਨਾਮ ਕੀ ਉਰ ਲਿਵ ਲਾਗੈ। ਤੇ ਜੋ ਵੀ ਸੁਣਦੇ ਨੇ
ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਉਹਨਾਂ ਦੇ ਹਿਰਦੇ ਦੀ ਲਿਵ ਜਿਹੜੀ ਹੈ ਉਹ ਸਤਨਾਮ ਵਾਹਿਗੁਰੂ ਨਾਲ ਜੁੜ ਜਾਂਦੀ ਹੈ। ਜਨਮ ਜਨਮ ਕੇ ਕਟਹਿ ਕਲੇਸ਼, ਤੇ ਜਿਨ੍ਹਾਂ ਦੀ ਲਿਵ ਜੁੜ ਜਾਂਦੀ ਫਿਰ ਗੁਰੂ ਕੇ ਦੀਦਾਰ ਹੋ ਜਾਂਦੇ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਨਮਾਂ ਜਨਮਾਂਤਰਾਂ ਦੇ ਉਹਨਾਂ ਸਿੱਖ ਸੰਗਤਾਂ ਦੇ ਕਲੇਸ਼ ਦੁੱਖ ਦਲਿੱਦਰ ਬੰਧਨ ਪਾਪ ਕੱਟ ਦਿੰਦੇ ਹਨ। ਸੁਖ ਅਤੋਲ ਕੋ ਪਾਏ ਨ ਡੋਲਹਿ, ਸੋ ਇਸ ਤਰ੍ਹਾਂ ਆਉਣ ਵਾਲੇ ਸਿੱਖ ਸੰਗਤਾਂ ਜਿਹੜੀਆਂ ਹਨ ਉਹ ਅਡੋਲ ਸੁਖ ਪ੍ਰਾਪਤ ਕਰਦੀਆਂ, ਐਸਾ ਸੁਖ ਪ੍ਰਾਪਤ ਕਰ ਲੈਂਦੇ ਨੇ ਕਿ ਜਿਸ ਅਵਸਥਾ ਤੋਂ ਭਟਕ ਕੇ ਉਹ ਡੋਲਦੇ ਨਹੀਂ ਹਨ। ਇੱਕ ਐਸਾ ਟਿਕਾਓ, ਇੱਕ ਐਸੀ ਇਕਾਗਰਤਾ, ਇੱਕ ਐਸੀ ਉੱਚੀ ਸੁਰਤ ਨੂੰ ਪ੍ਰਾਪਤ ਕਰ ਲੈਂਦੇ ਹਨ। ਅੰਤਰ ਮਨ ਕੀ ਥਿਰੈ ਵਿਸ਼ੇਸ਼, ਤੇ ਆਪਣੇ ਅੰਤਰ ਆਤਮੇ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸੁਰਤ ਟਿਕਾ ਕਰਕੇ ਜੁੜ ਜਾਂਦੇ ਹਨ। ਧੰਨ ਧੰਨ ਸ੍ਰੀ ਅਰਜਨ ਸਤਿਗੁਰ, ਇਸ ਤਰ੍ਹਾਂ ਸਾਰੇ ਆਪਣੀ ਰਸਨਾ ਤੋਂ ਕਹਿੰਦੇ ਹਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਪ੍ਰਭ ਅਵਤਾਰ ਭਗਤ ਕੇ ਵੇਸ, ਤੇ ਬੜੇ ਪਿਆਰ ਸਹਿਤ ਇੱਕ ਦੂਸਰੇ ਨੂੰ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਪ੍ਰਭ ਅਵਤਾਰ, ਉਹ ਅਕਾਲ ਪੁਰਖ ਪਰਮੇਸ਼ਰ ਦਾ ਸਾਖਸ਼ਾਤ ਅਵਤਾਰ, ਅਕਾਲ ਪੁਰਖ ਪਰਮੇਸ਼ਰ ਦੀ ਜੋਤ ਲੈ ਕਰਕੇ ਆਏ ਤੇ ਭਗਤੀ ਸਰੂਪ ਧਾਰਨ ਕੀਤਾ ਹੈ। ਸਿੱਖਨ ਕੋ ਸਮੁਦਾਇ ਪਇਓ ਬਹੁ, ਇਸ ਤਰ੍ਹਾਂ ਬਹੁਤ ਸਿੱਖਾਂ ਦਾ ਸਮੁਦਾਇ ਜਿਹੜਾ ਹੈ ਹਜੂਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ। ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜੁੜ ਗਈਆਂ ਹਨ। ਸਤ ਸੰਗਤ ਮਿਲ ਕਰੈ ਆਨੰਦ, ਤੇ ਸਾਰੀਆਂ ਸੰਗਤਾਂ ਹਜੂਰ ਦੇ ਦੀਦਾਰ ਕਰਕੇ ਆਨੰਦ ਪ੍ਰਾਪਤ ਕਰ ਰਹੀਆਂ ਹਨ। ਇਕ ਆਵਤ ਇਕ ਜਾਤ ਚਲੇ ਨਰ, ਇੰਨੀ ਕੁ ਸੰਗਤ ਦੀ ਭੀੜ ਹੈ ਕਿ ਇੱਕ ਦਰਸ਼ਨ ਕਰਦਾ ਹੈ, ਇੱਕ ਦਰਸ਼ਨ ਕਰਕੇ ਜਾ ਰਿਹਾ ਹੈ। ਏਕ ਨਿਕਟ ਰਹਿ ਕੁਮਤ ਨਿਕੰਦ, ਤੇ ਇੱਕ ਕੋਲ ਬੈਠਾ ਹੈ। ਇੱਥੇ ਇੱਕ ਦਾ ਮਤਲਬ ਇਹ ਨਹੀਂ ਕਿ ਸਿਰਫ ਇੱਕ ਹੀ ਸਰੀਰ, ਕਿਉਂਕਿ ਇਦਾਂ ਜੇ ਗਿਣਤੀ ਕਰਾਂਗੇ 3 ਜਣੇ ਹੀ ਹੋਣਗੇ ਸਿਰਫ। ਭਾਵ ਇੱਕ ਆ ਰਿਹਾ ਹੈ, ਇੱਕ ਜਾ ਰਿਹਾ ਹੈ, ਇੱਕ ਹਜੂਰ ਪਾਤਸ਼ਾਹ ਦੇ ਕੋਲ ਚੌਂਕੜਾ ਮਾਰ ਕੇ ਬੈਠਾ ਹੈ। ਕੁਮਤੀ ਨਿਕੰਦਨ ਕਿ ਗੁਰੂ ਕੇ ਦੀਦਾਰ ਕਰਕੇ ਉਪਦੇਸ਼ ਸੁਣ ਕੇ ਮੇਰੀ ਖੋਟੀ ਮਤ ਦਾ ਨਾਸ਼ ਹੋ ਜਾਵੇ। ਗਾਏ ਰਬਾਬੀ ਵੱਡੀ ਰਾਤ ਤੇ, ਇਸ ਤਰ੍ਹਾਂ ਅੰਮ੍ਰਿਤ ਵੇਲੇ ਵੱਡੀ ਰਾਤ ਤੇ ਰਬਾਬੀ ਸਿੰਘ ਕੀਰਤਨ ਪ੍ਰਾਰੰਭ ਕਰ ਦਿੰਦੇ ਹਨ। ਸੁਨੈ ਸਿੱਖ ਔਰ ਪ੍ਰੇਮ ਬਿਲੰਦ, ਤੇ ਸਾਰੇ ਸਿੱਖ ਸੰਗਤਾਂ ਸੁਣਦੇ ਨੇ, ਬੜੇ ਪ੍ਰੇਮ ਦੇ ਨਾਲ ਕੀਰਤਨ ਨੂੰ ਸਰਵਣ ਕਰਦੇ ਹਨ। ਬਾਣੀ ਪਠੈ ਕੰਠ ਕੋ ਤਾਰੈ, ਤੇ ਜਿਵੇਂ ਜਿਵੇਂ ਕੀਰਤਨ ਸਰਵਣ ਕਰਦੀਆਂ ਨੇ ਸੰਗਤਾਂ, ਨਾਲ ਨਾਲ ਬਾਣੀ ਪੜ੍ਹਦੀਆਂ ਨੇ, ਫਿਰ ਕੰਠ ਕੋ ਉਤਾਰੈ, ਬਾਣੀ ਨੂੰ ਕੰਠ ਵੀ ਕਰਦੀਆਂ ਹਨ। ਕੀਰਤਨ ਦੇ ਵਿੱਚ ਵੀ ਜੋ ਸ਼ਬਦ ਸੁਣਦੇ ਨੇ ਉਹ ਸ਼ਬਦ ਨੂੰ ਨਾਲ ਨਾਲ ਪੜ੍ਹਦੇ ਨੇ ਤੇ ਨਾਲ ਦੀ ਨਾਲ ਸੰਗਤਾਂ ਬਾਣੀ ਨੂੰ ਕੰਠ ਕਰਦੀਆਂ ਹਨ। ਫਿਰ ਗੁਰੂ ਸਾਹਿਬ ਜੀ ਜੋ ਬਾਣੀ ਪੜ੍ਹਨ ਦਾ ਉਪਦੇਸ਼ ਹੁਕਮ ਕਰਦੇ, ਸੋ ਸਿੱਖ ਬੜੇ ਪਿਆਰ ਨਾਲ ਬਾਣੀ ਪੜ੍ਹ ਰਹੇ ਤੇ ਬਾਣੀ ਕੰਠ ਕਰਦੇ ਹਨ। ਸਤਨਾਮ ਜਸ ਉਜਲ ਚੰਦ, ਇਸ ਤਰ੍ਹਾਂ ਹਜੂਰ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਜੋ ਚੰਦ ਦੀ ਤਰ੍ਹਾਂ ਉਜਲ ਸਫੈਦ ਹੈ। ਇੱਕ ਦਿਨ ਸਤਿਗੁਰ ਚੜ੍ਹ ਕਰ ਖਾਸੇ, ਇੱਕ ਦਿਨ ਹਜੂਰ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਣੀ ਮੌਜ ਦੇ ਵਿੱਚ ਆਏ, ਚੜ੍ਹ ਕਰ ਖਾਸੇ। ਖਾਸੇ ਭਾਵ ਪਾਲਕੀ ਦੇ ਵਿੱਚ ਸੁਭਾਇਮਾਨ ਹੋ ਕਰਕੇ ਬਹਿਰ ਚਲੇ ਰਾਵੀ ਕੇ ਤੀਰ, ਹਜੂਰ ਪਾਤਸ਼ਾਹ ਜੀ ਰਾਵੀ ਕੇ ਤੀਰ ਭਾਵ ਰਾਵੀ ਦਰਿਆ ਦੇ ਕਿਨਾਰੇ ਵੱਲ ਨੂੰ ਚੱਲ ਪਏ ਹਨ। ਨਿੰਦਕ ਚੰਦੋ ਮਿਲਿਓ ਅਗਾਰੀ, ਕੈਸਾ ਸਬੱਬ ਬਣ ਗਿਆ ਅੱਜ ਕਿ ਜਦੋਂ ਗੁਰੂ ਸਾਹਿਬ ਜੀ ਰਾਵੀ ਵਾਲੇ ਪਾਸੇ ਕਿਨਾਰੇ ਨੂੰ ਜਾ ਰਹੇ ਸਨ ਸਿੱਖ ਦੇ ਘਰੋਂ, ਬੇਅੰਤ ਸੰਗਤਾਂ ਹਜੂਰ ਪਾਤਸ਼ਾਹ ਜੀ ਦੇ ਨਾਲ ਚੱਲਦੀਆਂ ਨੇ। ਅਚਾਨਕ ਇੱਧਰੋਂ ਨਿੰਦਕ ਚੰਦੂ ਜਿਹੜਾ ਹੈ ਉਹ ਵੀ ਅੱਗੋਂ ਦੀ ਆ ਰਿਹਾ ਮਿਲ ਪਿਆ ਹੈ। ਦੇਖੀ ਸੰਗ ਨਰਨ ਗਨ ਭੀਰ, ਉਹਨੇ ਜਦੋਂ ਦੇਖਿਆ ਕਿ ਬਹੁਤ ਸੰਗਤਾਂ ਦੀ ਭੀੜ ਹੈ, ਭਾਵ ਨਰ ਨਗਨ ਬੜੇ ਲੋਕਾਂ ਦੀ ਭੀੜ ਹੈ ਤੇ ਕੋਈ ਇਸ ਤਰ੍ਹਾਂ ਉੱਚਾ ਚੱਲਦਾ ਜਾ ਰਿਹਾ ਹੈ। ਬੂਝਨ ਕਰਿਓ ਕੌਣ ਇਹ ਗਮਨਤ, ਤੇ ਉਹਨੇ ਆਪਦੇ ਨਾਲ ਦੇ ਜਿਹੜੇ ਉਹਦੇ ਸੇਵਾਦਾਰ ਸਨ, ਉਹਦੇ ਨਾਲ ਰਹਿਣ ਵਾਲੇ ਜਿਹੜੇ ਉਹਦੇ ਗੁਲਾਮ ਨੌਕਰ ਸਨ, ਉਹਨਾਂ ਨੂੰ ਪੁੱਛਦਾ ਹੈ ਕਿ ਇਹ ਕੌਣ ਜਾ ਰਿਹਾ ਹੈ ਭਲਾ। ਕਾਮਦਾਰ ਉਮਰਾਵੇ ਅਮੀਰ, ਇਹ ਕੋਈ ਬਹੁਤ ਵੱਡਾ ਅਮੀਰ ਜਾ ਰਿਹਾ, ਅਮੀਰਾਂ ਦਾ ਅਮੀਰ ਜਾ ਰਿਹਾ, ਜਾਂ ਕੋਈ ਬਹੁਤ ਵੱਡਾ ਸ਼ਾਹੂਕਾਰ ਜਾ ਰਿਹਾ ਹੈ। ਮਾਨਵ ਸੰਗ ਅਨੇਕ ਚਲਤ, ਕਿਉਂਕਿ ਇਹਦੇ ਨਾਲ ਇੰਨੇ ਲੋਕ ਚੱਲ ਰਹੇ ਨੇ, ਕਿਸੇ ਸਧਾਰਨ ਮਨੁੱਖ ਦੇ ਨਾਲ ਤੇ ਇੰਨੀ ਭੀੜ ਹੁੰਦੀ ਨਹੀਂ ਕਦੀ। ਹਾਂ, ਇਹ ਗੱਲ ਵੱਖਰੀ ਹੈ, ਭੀੜ ਅੱਜ ਵੀ ਲੋਕਾਂ ਦੇ ਮਗਰ ਤੁਰਦੀ ਹੈ,
ਪਰ ਧਰਮੀਆਂ ਦੇ ਮਗਰ ਤੁਰਨ ਵਾਲੀ ਭੀੜ ਜਿਹੜੀ ਹੈ ਉਹਦੀ ਸ਼ਾਨ ਨਿਰਾਲੀ ਹੁੰਦੀ ਹੈ। ਭੀੜ ਤਾਂ ਆਪਾਂ ਵੇਖਦੇ ਰੈਲੀਆਂ ਦੇ ਵਿੱਚ ਨੇਤਾ ਮਗਰ ਵੀ ਬੜੀ ਤੁਰ ਪੈਂਦੀ ਹੈ, ਪਰ ਜਦੋਂ ਗੁਰੂ ਦੇ ਮਗਰ ਜਾਂ ਕਿਤੇ ਨਗਰ ਕੀਰਤਨ ਵਿੱਚ ਜਾਂ ਗੁਰੂ ਨੂੰ ਪਿਆਰ ਕਰਨ ਵਾਲੇ ਜਦੋਂ ਸਰੀਰ ਤੁਰਦੇ ਨੇ, ਉਹਨਾਂ ਦਾ ਜਾਹੋ ਜਲਾਲ ਜਿਹੜਾ ਉਹ ਵੱਖਰਾ ਹੀ ਹੁੰਦਾ। ਉਹ ਕਿਸੇ ਦੂਜੇ ਨੂੰ ਪ੍ਰਭਾਵਿਤ ਕਰਦਾ ਹੈ। ਬਦੋ ਬਦੀ ਕਿਸੇ ਦੇ ਸ਼ਬਦ ਇਹ ਨਿਕਲ ਆਉਂਦੇ ਨੇ ਵੀ ਇਹ ਕੌਣ ਹੈ, ਕੀ ਹੋ ਰਿਹਾ ਹੈ। ਸੋ ਇਸ ਤਰ੍ਹਾਂ ਚੰਦੂ ਨੇ ਭੀੜਾਂ ਪਹਿਲਾਂ ਵੀ ਵੇਖੀਆਂ ਹੋਣਗੀਆਂ, ਪਰ ਅੱਜ ਜਦੋਂ ਸਿੱਖ ਸੰਗਤਾਂ ਨੂੰ ਜਾਂਦੇ ਵੇਖਿਆ ਤਾਂ ਪੁੱਛਦਾ ਕੌਣ ਜਾ ਰਿਹਾ ਹੈ। ਬਹੁਤ ਪ੍ਰਭਾਵ ਹੈ, ਬਹੁਤ ਸਾਰਿਆਂ ਦੇ ਚਿਹਰੇ ਉੱਤੇ ਨੂਰ ਝਲਕ ਰਿਹਾ ਹੈ, ਬਹੁਤ ਸੋਹਣਾ ਜਾਹੋ ਜਲਾਲ ਦਿਸਦਾ ਹੈ। ਇਹ ਕੋਈ ਬਹੁਤ ਅਮੀਰਾਂ ਦਾ ਅਮੀਰ ਜਾ ਰਿਹਾ ਲੱਗਦਾ ਹੈ। ਆਗੇ ਪਾਛੇ ਬਹੁਤ ਭੀੜ, ਕਿ ਇਹਦੇ ਅੱਗੇ ਪਿੱਛੇ ਕਿੰਨੀ ਜ਼ਿਆਦਾ ਭੀੜ ਹੈ, ਕਿੰਨੇ ਜ਼ਿਆਦਾ ਲੋਕ ਚੱਲ ਰਹੇ ਹਨ। ਬਾਦਸ਼ਾਹ ਕੋ ਹੋਏ ਸਮੀਪੀ, ਕੀ ਇਹ ਬਾਦਸ਼ਾਹ ਦਾ ਕੋਈ ਨਿਕਟਵਰਤੀ ਹੈ, ਕੋਈ ਉਹਦਾ ਰਿਸ਼ਤੇਦਾਰ ਹੈ, ਜਾਂ ਉਹਦਾ ਕੋਈ ਬਹੁਤ ਨੇੜੇ ਦਾ ਮਿੱਤਰ ਸੰਬੰਧੀ ਹੈ। ਕਹਿ ਚਾਕਰ ਹੋਏ ਅਲਪ ਵਿਸਾਲ, ਜਾਂ ਫਿਰ ਕੋਈ ਉਹਦਾ ਛੋਟਾ ਵੱਡਾ ਚਾਕਰ ਹੈ, ਵਜ਼ੀਰ ਹੈ, ਜਾਂ ਕੋਈ ਬਹੁਤ ਭਾਰੀ ਉਹਦਾ ਸਲਾਹਕਾਰ ਹੋਵੇ। ਸੋ ਮੁਝ ਨਮੋ ਕਰਤ ਮਿਲ ਗਮਨਤ, ਨਾਲ ਹੀ ਕਹਿੰਦਾ ਹੈ ਵੀ ਜੇ ਬਾਦਸ਼ਾਹ ਦੇ ਨਾਲ ਸੰਬੰਧ ਰੱਖਦਾ ਕੋਈ ਹੁੰਦਾ, ਉਹਦਾ ਨੌਕਰ ਹੁੰਦਾ, ਕੋਈ ਵਜ਼ੀਰ ਹੁੰਦਾ, ਕੋਈ ਬਾਦਸ਼ਾਹ ਦਾ ਨਿਕਟਵਰਤੀ ਹੁੰਦਾ, ਤੇ ਉਹਨੇ ਤਾਂ ਮੈਨੂੰ ਝੱਟ ਪਛਾਣ ਲੈਣਾ ਸੀ, ਉਹਨੇ ਤੇ ਜ਼ਰੂਰ ਮੈਨੂੰ ਮਿਲਣਾ ਸੀ। ਮਾਨੇ ਅਨੁਲੰਘ ਤਤਕਾਲ, ਤੇ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਜੇ ਬਾਦਸ਼ਾਹ ਦਾ ਸੰਬੰਧਿਤ ਕੋਈ ਹੁੰਦਾ ਜਾਂ ਲਾਹੌਰ ਦਾ ਕੋਈ ਅਮੀਰ ਵਿਅਕਤੀ ਹੁੰਦਾ, ਤੇ ਉਹਨੇ ਸਾਰਿਆਂ ਨੂੰ ਪਾਸੇ ਕਰਕੇ ਸਿੱਧਾ ਮੇਰੇ ਕੋਲ ਆਉਣਾ ਸੀ ਤੇ ਆ ਕੇ ਮੈਨੂੰ ਜ਼ਰੂਰ ਉਹਨੇ ਮਿਲਣਾ ਸੀ। ਮੈਨੂੰ ਮਿਲੇ ਬਿਨਾ ਉਹਨੇ ਨਹੀਂ ਲੰਘਣਾ ਸੀ। ਇਸ ਕਰਕੇ ਪਤਾ ਕਰੋ ਇਹ ਕੌਣ ਜਾ ਰਿਹਾ ਹੈ। ਸੁਨ ਦੌਰਿਓ ਇੱਕ ਨਰ ਸਿੱਖ ਬੂਝੇ, ਤੇ ਚੰਦੂ ਦੇ ਨਾਲ ਚੱਲਦੇ ਹੋਏ ਮਨੁੱਖਾਂ ਵਿੱਚੋਂ ਦੌੜ ਕੇ ਇੱਕ ਮਨੁੱਖ ਗਿਆ ਹੈ। ਉਹ ਜਾਤ ਬ੍ਰਿੰਦ ਨਰ ਨਾਲ, ਉਹਨੇ ਜਾ ਕੇ ਗੁਰੂ ਸਾਹਿਬ ਦੇ ਨਾਲ ਚੱਲਣ ਵਾਲੀਆਂ ਸੰਗਤਾਂ ਚੋਂ ਇੱਕ ਸਿੱਖ ਨੂੰ ਪੁੱਛਿਆ ਕਿ ਇਹ ਕੌਣ ਜਾ ਰਿਹਾ ਹੈ ਜਿਸ ਦੇ ਨਾਲ ਇੰਨੀ ਵੱਡੀ ਭੀੜ ਚੱਲ ਰਹੀ ਹੈ। ਫਿਰ ਹੋਏ ਕਰਿਓ ਬਤਾਵਨ ਤਿਸ ਤੇ ਨੇ, ਉਸ ਚੱਲਦੇ ਚੱਲਦੇ ਸਿੱਖ ਨੇ ਥਿਰ ਹੋਏ, ਇੱਕਦਮ ਰੁਕ ਗਿਆ ਤੇ ਰੁਕ ਕੇ ਇਸ ਚੰਦੂ ਦੇ ਭੇਜੇ ਹੋਏ ਮਨੁੱਖ ਨੂੰ ਦੱਸਣ ਲੱਗਾ, ਸ੍ਰੀ ਅਰਜਨ ਸਤਿਗੁਰ ਕਿਰਪਾਲ, ਕਿ ਇਹ ਲੋਕ ਪਰਲੋਕ ਦੇ ਰਾਖੇ, ਇਹ ਬਾਣੀ ਕੇ ਬੋਹਿਤ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੇ ਮਾਲਕ, ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜਾ ਰਹੇ ਹਨ। ਆਨ ਬਤਾਇਓ ਚੰਦੂ, ਆਨ ਬਤਾਇਓ ਚੰਦੂ ਕੋ ਤਿਨ, ਤੇ ਉਹ ਚੰਦੂ ਦਾ ਗਿਆ ਹੋਇਆ ਮਨੁੱਖ ਜਦੋਂ ਸਿੱਖ ਨੇ ਦੱਸਿਆ ਗੁਰੂ ਅਰਜਨ ਦੇਵ ਪਾਤਸ਼ਾਹ ਜਾ ਰਹੇ ਨੇ, ਉਹਨੇ ਪੈਰੀਂ ਵਾਪਿਸ ਆਇਆ ਤੇ ਆ ਕੇ ਚੰਦੂ ਨੂੰ ਸਾਰੀ ਗੱਲ ਦੱਸ ਦਿੱਤੀ ਹੈ। ਸੁਨਤ ਜਰਿਓ ਮਨ ਮੈਂ ਦੁੱਖ ਪਾਏ, ਬਸ ਜਦੋਂ ਇੰਨਾ ਸ਼ਬਦ ਸੁਣਿਆ ਨਾ ਕਿ ਗੁਰੂ ਅਰਜਨ ਦੇਵ ਮਹਾਰਾਜ ਜਾ ਰਹੇ ਨੇ ਪਾਲਕੀ ਵਿੱਚ ਚੜ੍ਹ ਕੇ ਇੰਨੀਆਂ ਸੰਗਤਾਂ ਦੇ ਨਾਲ, ਆਪਣੇ ਸਿੱਖਾਂ ਦੇ ਨਾਲ, ਗੁਰੂ ਸਾਹਿਬ ਦਾ ਨਾਂ ਸੁਣਦਿਆਂ ਹੀ ਇਹ ਚੰਦੂ ਦਾ ਹਿਰਦਾ ਜਿਹੜਾ ਈਰਖਾਨਾ ਸੜ ਬਲ ਗਿਆ ਹੈ। ਮਮ ਰਿਪ ਫਿਰੈ ਦਿਖਾਏ ਪ੍ਰਤਾਪ, ਇੰਨਾ ਦੁਖੀ ਹੋਇਆ, ਕਹਿੰਦਾ ਮਮ ਰਿਪੂ, ਮੇਰਾ ਵੈਰੀ, ਮੇਰਾ ਦੁਖੀ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰ ਦੇ ਵਿੱਚ, ਮੈਂ ਤਾਂ ਸਮਝਿਆ ਸੀ ਹਾਲੇ ਪਹੁੰਚੇ ਹੀ ਨਹੀਂ, ਇੱਥੇ ਲਾਹੌਰ ਦੇ ਵਿੱਚ ਹੈ ਤੇ ਫਿਰ ਆਪਣੀਆਂ ਸੰਗਤਾਂ ਦੇ ਨਾਲ ਆਪਣਾ ਪ੍ਰਤਾਪ ਦਿਖਾ ਰਿਹਾ ਹੈ, ਆਪਣੀਆਂ ਸੰਗਤਾਂ ਦੇ ਨਾਲ ਚੱਲ ਕੇ ਆਪਣਾ ਜਾਹੋ ਜਲਾਲ ਪ੍ਰਗਟ ਕਰ ਰਿਹਾ ਹੈ। ਬਹੁਤੇ ਮਾਨਵ ਸੰਗ ਲਗਾਏ, ਤੇ ਇੱਕ ਦੋ ਚਾਰ ਮਨੁੱਖਾਂ ਦੀ ਗੱਲ ਨਹੀਂ, ਬਹੁਤ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਚੱਲ ਰਿਹਾ ਹੈ। ਮੈਂ ਨਿਤ ਚਿੰਤਾ ਕੋ ਬਸ ਦੁਰਬਲ, ਤੇ ਇੰਨਾ ਕ੍ਰੋਧ ਵਿੱਚ ਆਇਆ ਸ਼ਬਦ ਦੱਸਦਾ ਹੈ, ਨਾਲ ਦੇ ਨੌਕਰਾਂ ਨੂੰ ਵੀ ਸੁਣਾ ਰਿਹਾ, ਕਹਿੰਦਾ ਮੈਂ ਤਾਂ ਚਿੰਤਾ ਦੇ ਵਿੱਚ ਦਿਨ ਰਾਤ ਸੁੱਕਦਾ ਜਾ ਰਿਹਾ, ਕਿਉਂਕਿ ਚਿੰਤਾ ਮਨੁੱਖ ਨੂੰ ਸਤਾਉਂਦੀ ਹੈ, ਸਕਾਉਂਦੀ ਹੈ। ਕਹਿੰਦਾ ਮੈਂ ਤਾਂ ਇਹਦੀ ਚਿੰਤਾ ਦੇ ਵਿੱਚ, ਇਹਦੇ ਦੁੱਖ ਦੇ ਵਿੱਚ, ਜਾਂ ਇੰਝ ਕਹਿ ਲਓ ਇਹਦੇ ਨਾਲ ਬਲਦੀ ਹੋਈ ਮੇਰੀ ਈਰਖਾ ਦੀ ਜਿਹੜੀ ਅੱਗ ਹੈ, ਉਸ ਈਰਖਾ ਦੀ ਅੱਗ, ਉਸ ਚਿੰਤਾ ਦੇ ਵਿੱਚ ਦਿਨ ਰਾਤ ਸੁੱਕਦਾ ਜਾ ਰਿਹਾ ਹਾਂ। ਇਹ ਨਿਚਿੰਤ ਵਿੱਚ ਰਤ ਹਰ ਖਾਏ, ਤੇ ਇਹ ਨਿਸ਼ਚਿੰਤ ਫਿਰਦੇ ਪਏ ਨੇ। ਸਭ ਤੋਂ ਵੱਡਾ ਦੁੱਖ ਮਨੁੱਖ ਨੂੰ ਉਦੋਂ ਹੁੰਦਾ ਹੈ ਜਦੋਂ ਆਪਾਂ ਕਿਸੇ ਨੂੰ ਦੁੱਖ ਦੇਣਾ ਚਾਹੀਏ ਤੇ ਉਹ ਦੁਖੀ ਨਾ ਹੋਵੇ। ਸਭ ਤੋਂ ਜ਼ਿਆਦਾ ਦੁੱਖ ਬੰਦੇ ਨੂੰ ਉਦੋਂ ਲੱਗਦਾ ਵੀ ਮੈਂ ਇਹਨੂੰ ਤੜਫਾਇਆ। ਆਮ ਸੰਸਾਰ ਵਿੱਚ ਵੀ ਆਪਾਂ ਦੇਖਦੇ ਹਾਂ, ਆਪਾਂ ਕਿਸੇ ਨੂੰ ਸਤਾਈਏ ਤੇ ਉਹ ਅੱਗੋਂ ਜਿਵੇਂ ਕਹਿ ਲਓ ਦੁੱਖ ਮੰਨੇ ਨਾ, ਉਦੋਂ ਜਿੰਨਾ ਮਨੁੱਖ ਦਾ ਹਿਰਦਾ ਦੁਖਦਾ ਵੀ ਮੈਂ ਇਹਨੂੰ ਦੁੱਖ ਦਿੱਤਾ, ਇਹ ਦੁਖੀ ਨਹੀਂ ਹੋਇਆ, ਹੁਣ ਅੱਗੇ ਮੈਂ ਕੀ ਕਰਾਂ। ਜੇ ਸ਼ਾਇਦ ਉਹ ਦੁਖੀ ਹੋ ਜਾਂਦਾ, ਉਹਨੇ ਇੰਨਾ ਦੁਖੀ ਨਹੀਂ ਸੀ ਹੋਣਾ ਜਿੰਨਾ ਦੁੱਖ ਦੇਣ ਵਾਲਾ ਦੁਖੀ ਹੁੰਦਾ ਪਿਆ, ਵੀ ਇਹ ਤੜਫਿਆ ਕਿਉਂ ਨਹੀਂ,
ਇਹ ਕਲਪਿਆ ਕਿਉਂ ਨਹੀਂ ਹਾਲੇ ਤੱਕ, ਇਹਨੂੰ ਕੋਈ ਦੁੱਖ ਮਿਲਿਆ ਕਿਉਂ ਨਹੀਂ ਹਾਲੇ ਤੱਕ। ਸੋ ਇਹੀ ਹਾਲਤ ਇਸ ਚੰਦੂ ਦੀ ਹੈ। ਕਹਿੰਦਾ ਮੈਂ ਇਹਨਾਂ ਨੂੰ ਦੁੱਖ ਦਿੱਤਾ, ਇਹਨਾਂ ਨੂੰ ਤੜਫਾਇਆ, ਜਾਂ ਇੰਜ ਕਹਿ ਲਓ ਉਹਨਾਂ 'ਤੇ ਕਈ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਵਾਸਤੇ ਚੁਗਲੀਆਂ ਲਾਈਆਂ। ਮੈਂ ਤਾਂ ਇਸ ਚਿੰਤਾ ਵਿੱਚ ਸੁੱਕਦਾ ਜਾ ਰਿਹਾ ਤੇ ਇਹ ਦਿਨ ਰਾਤ ਆਪਣਾ ਸੁੱਖ ਮਾਣ ਰਹੇ ਹਨ। ਧਿਕ ਜੀਵਨ ਮਮ ਬੁੱਧ ਬਲ ਕੋ ਧਿਕ, ਤੇ ਕਹਿੰਦਾ ਮੇਰੇ ਤਾਂ ਜੀਵਨ ਨੂੰ ਤ੍ਰਿਕਾਰ ਹੈ, ਮੇਰੇ ਬਲ ਨੂੰ ਤ੍ਰਿਕਾਰ ਹੈ, ਮੇਰੀ ਬੁੱਧੀ ਨੂੰ ਤ੍ਰਿਕਾਰਾਂ ਹੈ ਕਿ ਮੈਂ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ, ਆਪਣੇ ਬਲ ਦਾ ਪ੍ਰਯੋਗ ਕਰਕੇ, ਆਪਣੇ ਸਰੀਰ ਦੀ ਵਰਤੋਂ ਕਰਕੇ ਬਾਦਸ਼ਾਹ ਕੋਲ ਇੰਨਾ ਕੁਝ ਕਿਹਾ, ਪਰ ਹਾਲੇ ਤੱਕ ਗੁਰੂ ਅਰਜਨ ਦੇਵ ਨੂੰ ਕੋਈ ਸਜ਼ਾ ਨਹੀਂ ਮਿਲੀ। ਮੇਰੇ ਜੀਵਨ ਉੱਤੇ ਲਾਹਨਤ ਹੈ ਕਿ ਮੈਂ ਕੁਝ ਕਰ ਨਹੀਂ ਸਕਿਆ। ਸਰੇ ਨ ਕੁਛ ਬੋ ਕਰੇ ਉਪਾਏ, ਮੈਂ ਇੰਨੇ ਉਪਾਅ ਕੀਤੇ, ਇੰਨੇ ਯਤਨ ਕੀਤੇ, ਹਾਲੇ ਤੱਕ ਮੇਰੇ ਕੀਤੇ ਯਤਨਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਲਾਹਨਤ ਹੈ ਮੇਰੇ ਉੱਤੇ, ਮੈਨੂੰ ਜਲਦੀ ਕੁਝ ਕਰਨਾ ਪਵੇਗਾ। ਤੁਰਤ ਤੋਰ ਅਸਵਾਰੀ ਗਮਨਿਓ, ਉਸੇ ਵੇਲੇ ਆਪਣੇ ਘੋੜੇ ਨੂੰ ਅੱਡੀ ਮਾਰਦਾ ਹੈ ਤੇ ਉੱਥੋਂ ਤੁਰ ਪੈਂਦਾ ਹੈ। ਅੱਜ ਕਹੋ ਸੁਧ ਸਾਹੋ ਕੇ ਤੀਰ, ਮਨ ਵਿੱਚ ਕਹਿੰਦਾ ਹੁਣ ਮੈਂ ਸਿੱਧਾ ਬਾਦਸ਼ਾਹ ਦੇ ਕੋਲ ਜਾਣਾ ਹੈ ਤੇ ਜਾ ਕਰ ਕੇ ਉਹਨੂੰ ਸਾਰੀ ਸੁੱਧ ਖਬਰ ਦੇਣੀ ਹੈ। ਉਤਰਿਓ ਕਰਤ ਸਲਾਮ ਗਇਓ, ਤੇ ਸਿੱਧਾ ਬਾਦਸ਼ਾਹ ਦੇ ਕੋਲ ਗਿਆ, ਜਾ ਕੇ ਬਾਦਸ਼ਾਹ ਜਹਾਂਗੀਰ ਕੋਲ ਉਤਰਦਾ, ਉਹਨੂੰ ਸਲਾਮ ਕਰਦਾ ਹੈ। ਰਿਸ਼ਤੇ ਤਰੇ ਨ ਕਿਮ ਉਰ ਤੀਰ, ਤੇ ਇੰਨਾ ਰਿਸ ਤੇ ਇੰਨਾ ਕ੍ਰੋਧ ਵਿੱਚ ਹੈ, ਇੰਨਾ ਗੁੱਸੇ ਵਿੱਚ ਹੈ ਕਿ ਚਾਹ ਕੇ ਵੀ ਇਹਦੇ ਹਿਰਦੇ ਨੂੰ ਧੀਰਜ ਨਹੀਂ ਆ ਰਿਹਾ। ਭਾਵੇਂ ਚ ਕਹਿ ਲਓ ਜਿਵੇਂ ਆਪਾ ਖੋਈ ਬੈਠਾ ਹੈ, ਇਹਨੂੰ ਕੋਈ ਸੁੱਧ ਬੁੱਧ ਨਹੀਂ ਰਹਿ ਗਈ ਹੈ। ਕਹਿ ਪਰ ਸੰਕੁਛ ਹਜਰਤ ਕੋ ਤਬ, ਸੋ ਖੈਰ ਜਾ ਕੇ ਬੈਠਾ ਹੈ ਬਾਦਸ਼ਾਹ ਦੇ ਕੋਲ। ਇੱਧਰ ਉੱਧਰ ਦੀਆਂ ਕਾਫੀ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹੀਆਂ ਹਨ। ਨਿਜ ਦਿਸ ਰੁਖ ਫੇਰਿਓ ਨੈ ਪੀਰ, ਫਿਰ ਗੱਲ ਚਲਾਉਂਦਿਆਂ ਚਲਾਉਂਦਿਆਂ ਬਾਦਸ਼ਾਹ ਦਾ ਰੁਖ ਜਿਹੜਾ ਹੈ ਆਪਣੇ ਵੱਲ ਕੀਤਾ ਹੈ, ਕਿਉਂਕਿ ਉਹ ਪਹਿਲਾਂ ਹੋਰਾਂ ਨਾਲ ਗੱਲਾਂ ਕਰ ਰਿਹਾ। ਫਿਰ ਸਾਰੀਆਂ ਗੱਲਾਂ ਬਾਤਾਂ ਘਮਾਉਂਦਿਆਂ ਘਮਾਉਂਦਿਆਂ ਇਹਨੇ ਪੂਰਾ ਪ੍ਰਕਰਨ ਜਿਹਾ ਬਣਾ ਕੇ ਬਾਦਸ਼ਾਹ ਦਾ ਰੁਖ ਜਿਹੜਾ ਆਪਣੇ ਵੱਲ ਕਰ ਲਿਆ। ਤੇ ਜਦੋਂ ਇਹ ਦੇਖਿਆ ਕਿ ਬਾਦਸ਼ਾਹ ਕੋਲੋਂ ਬਾਕੀ ਮੰਤਰੀ ਵਜ਼ੀਰ ਜਿਹੜੇ ਨੇ ਕਾਫੀ ਉੱਠ ਗਏ ਨੇ, ਬਹੁਤ ਥੋੜੀ ਨਾਮਾਤਰ ਜੀ ਭੀੜ ਬਾਦਸ਼ਾਹ ਕੋਲ ਰਹਿ ਗਈ ਹੈ। ਕਰ ਜੋਰੇ ਉਚਰਤ ਦੁਰਮਤ ਕੋ, ਤੇ ਇਸ ਤਰ੍ਹਾਂ ਫਿਰ ਹੱਥ ਜੋੜੇ ਨੇ ਤੇ ਆਪਣੀ ਖੋਟੀ ਮੱਤ ਦੇ ਜਿਹੜੇ ਖਿਆਲ ਹਨ ਉਹ ਪ੍ਰਗਟ ਕਰਨ ਲੱਗਾ, ਕਹਿਣ ਲੱਗਾ ਅਵੇ ਆਇਓ ਪੁਰ ਸਿੱਖਨ ਪੀਰ, ਕਿ ਬਾਦਸ਼ਾਹ ਤੁਹਾਨੂੰ ਖਬਰ ਹੈਗੀ ਹੈ ਕੋਈ, ਤੁਸੀਂ ਲਾਹੌਰ ਵਿੱਚ ਬੈਠੇ ਹੋ, ਤੁਹਾਨੂੰ ਪਤਾ ਹੀ ਨਹੀਂ ਹਾਲੇ ਤੱਕ। ਅਬ ਆਇਓ ਗੁਰ ਸਿੱਖਣ ਪੀਰ, ਸਿੱਖਾਂ ਦਾ ਪੀਰ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਆਇਆ ਹੋਇਆ ਹੈ। ਤੁਮ ਢਿਗ ਆਵਨ ਕਰਿਓ ਨ ਅਬ ਵੀ, ਪਰ ਵੇਖੋ ਬਾਦਸ਼ਾਹ ਸਲਾਮਤ, ਕਿੰਨੀ ਵੱਡੀ ਗੁਸਤਾਖੀ ਉਹਨਾਂ ਦੀ, ਕਿੰਨੀ ਵੱਡੀ ਗਲਤੀ ਕਿ ਲਾਹੌਰ ਦੇ ਵਿੱਚ ਆ ਵੀ ਗਏ ਨੇ ਤੇ ਫਿਰ ਵੀ ਹਾਲੇ ਤੱਕ ਤੁਹਾਡੇ ਤੱਕ ਨਹੀਂ ਪਹੁੰਚੇ, ਤੁਹਾਡੀ ਇਸ ਸਭਾ ਵਿੱਚ ਕਚਹਿਰੀ ਵਿੱਚ ਪੇਸ਼ ਨਹੀਂ ਹੋਏ ਹਨ। ਹਿੰਦੁਨ ਤੇ ਪੁਜਵਾਵਤ ਪਾਏ, ਤੇ ਬਾਦਸ਼ਾਹ ਸਲਾਮਤ ਹੋਰ ਗੱਲਾਂ ਛੱਡੋ, ਉਹ ਤਾਂ ਲਾਹੌਰ ਵਿੱਚ ਆ ਕੇ ਵੀ ਹਿੰਦੂਆਂ ਸਿੱਖਾਂ ਤੋਂ ਆਪਣੇ ਚਰਨ, ਆਪਣੇ ਪਾਏ ਪੈਰ ਜਿਹੜੇ ਹਨ ਉਹਨਾਂ ਦੀ ਪੂਜਾ ਕਰਵਾ ਰਿਹਾ ਹੈ। ਸਿੱਖ ਦੇ ਵਾਸਤੇ ਗੁਰੂ ਕੇ ਚਰਨ ਨੇ, ਚੰਦੂ ਵਾਸਤੇ ਗੁਰੂ ਕੇ ਪੈਰ ਨੇ, ਇਸ ਲਈ ਇਹ ਸ਼ਬਦ ਪਾਏ ਹੈ। ਸੋ ਕਹਿੰਦਾ ਬਾਦਸ਼ਾਹ ਸਲਾਮਤ, ਪਹਿਲੀ ਗੁਸਤਾਖੀ ਉਹਨਾਂ ਕੀਤੀ, ਲਾਹੌਰ 'ਚ ਆ ਕੇ ਤੁਹਾਨੂੰ ਮਿਲੇ ਨਹੀਂ। ਦੂਸਰੀ ਗੁਸਤਾਖੀ ਇਹ ਕਰਦੇ ਪਏ ਕਿ ਹਿੰਦੂਆਂ ਸਿੱਖਾਂ ਤੋਂ ਆਪਣੇ ਚਰਨ ਜਿਹੜੇ ਹਨ ਉਹ ਪੁਜਾ ਰਹੇ, ਭਾਵ ਆਪਣੀ ਪੂਜਾ ਕਰਵਾਉਂਦੇ ਫਿਰ ਰਹੇ ਹਨ। ਨਿਤ ਪਰਤ ਧਨ ਅਗਨਤ ਆਮਦਨੀ, ਤੇ ਤੁਹਾਨੂੰ ਪਤਾ ਹੈ ਸਿੱਖ ਦਿਨ ਰਾਤ ਉਹਨਾਂ ਨੂੰ ਕਿੰਨਾ ਧਨ ਜਿਹੜਾ ਉਹ ਅਰਪਣ ਕਰ ਰਹੇ ਹਨ। ਇੱਥੇ ਆ ਕੇ ਵੀ ਉਹਨਾਂ ਨੂੰ ਕਿੰਨਾ ਧਨ ਜਿਹੜਾ ਭੇਟਾ ਰੂਪ ਵਿੱਚ ਚੜ ਰਿਹਾ ਹੈ। ਧਨੀ ਭਇਓ ਉਰ ਗਰਭ ਬਧਾਏ, ਇਹੀ ਤੇ ਕਾਰਨ ਹੈ ਕਿ ਉਹਨਾਂ ਕੋਲ ਧਨ ਆ ਗਿਆ, ਉਹ ਧਨੀ ਹੋ ਗਏ ਨੇ। ਪਹਿਲਾਂ ਵੀ ਉਹਨਾਂ ਕੋਲ ਅੰਮ੍ਰਿਤਸਰ ਸਾਹਿਬ ਬਹੁਤ ਧਨ ਹੈ, ਇੱਥੇ ਆ ਕੇ ਫਿਰ ਸੰਗਤਾਂ ਉਹਨਾਂ ਨੂੰ ਧਨ ਅਰਪਣ ਕਰ ਰਹੀਆਂ। ਇਸ ਕਰਕੇ ਉਹ ਧਨੀ ਨੇ, ਧਨੀ ਹੋਣ ਕਰਕੇ ਉਹ ਹੰਕਾਰੀ ਹੋ ਗਏ ਨੇ। ਦੁਨੀਆਦਾਰ ਮਨੁੱਖ ਹੰਕਾਰੀ ਹੋ ਜਾਂਦਾ ਹੈ, ਪਰ ਗੁਰੂ ਕਦੀ ਵੀ ਧਨ ਪ੍ਰਾਪਤ ਕਰਕੇ ਹੰਕਾਰੀ ਨਹੀਂ ਹੁੰਦਾ। ਪਰ ਖੈਰ ਚੰਦੂ ਦੇ ਆਪਣੇ ਸੁਭਾਅ, ਆਪਣੀ ਮੱਤ, ਕਹਿੰਦਾ ਇੱਥੇ ਆ ਕੇ ਉਹਨਾਂ ਨੂੰ ਧਨ ਬਹੁਤ ਚੜ ਗਿਆ, ਉਹਨਾਂ ਦੇ ਸਿੱਖਾਂ ਨੇ ਭੇਟਾ ਬਹੁਤ ਦੇ ਦਿੱਤੀਆਂ। ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਸਿੱਖ ਪਹਿਲਾਂ ਵੀ ਗੁਰੂ ਨੂੰ ਬਹੁਤ ਕੁਝ ਅਰਪਣ ਕਰਦਾ, ਅੱਜ ਵੀ ਕਰਦਾ ਹੈ, ਰਹਿੰਦੀ ਦੁਨੀਆ ਤੱਕ ਸਿੱਖ ਗੁਰੂ ਤੋਂ ਆਪਾ ਵਾਰਦਾ ਰਹੇਗਾ। ਸੋ ਕਹਿੰਦਾ ਇੱਥੇ ਆ ਕੇ ਉਹਨਾਂ ਨੂੰ ਬੜਾ ਧਨ ਮਿਲ ਗਿਆ, ਇਸ ਕਰਕੇ ਹੰਕਾਰੀ ਹੋ ਗਏ, ਤਾਂ ਤੁਹਾਨੂੰ ਆ ਕਰਕੇ ਹਾਲੇ ਨਹੀਂ ਮਿਲੇ ਹਨ। 2 ਲੱਖ ਕੋ ਦੰਡ ਲਖੈ ਕਿਆ, ਤੇ ਜਿਹੜਾ 2 ਲੱਖ ਰੁਪਏ ਦਾ ਦੰਡ ਜਿਹੜੀ ਗੱਲ ਚੱਲਦੀ ਹੈ ਉਹਨੂੰ ਭਲਾ ਉਹ ਕੀ ਸਮਝਦੇ ਹਨ। ਚਿਨ ਲੈ ਦੇ ਹੋ ਇਸ ਥਾਈ, ਜੇ ਉਹ ਚਾਹਣ ਨਾ
ਜੋ ਦੇਣਾ ਚਾਹਣ 2 ਲੱਖ ਰੁਪਈਆ ਤੇ ਉਹ ਤੇ ਤਤਕਾਲ ਇਸੇ ਥਾਂ ਤੇ ਸਿੱਖਾਂ ਤੋਂ ਲੈ ਕੇ ਤੁਹਾਨੂੰ ਦੇ ਸਕਦੇ ਨੇ। ਇਹ ਨਹੀਂ ਕਿ ਉਹਨਾਂ ਕੋਲ 2 ਲੱਖ ਨਹੀਂ ਹੈਗਾ, ਮਤਲਬ ਇਹ ਹੈ ਕਿ ਉਹ ਤੁਹਾਨੂੰ ਦੇਣਾ ਨਹੀਂ ਚਾਹੁੰਦੇ ਬਾਦਸ਼ਾਹ ਸਲਾਮਤ। ਜੇ ਉਹ ਤੁਹਾਨੂੰ 2 ਲੱਖ ਦੇਣਾ ਚਾਹੁੰਦੇ ਹੋਣ ਤਾਂ ਉਹਨਾਂ ਦੇ ਤਾਂ ਲਾਹੌਰ 'ਚ ਇੰਨੇ ਅਮੀਰ ਸਿੱਖ ਬੈਠੇ ਨੇ, ਉਹ 2 ਮਿੰਟਾਂ ਵਿੱਚ ਆਪਣੇ ਸਿੱਖਾਂ ਤੋਂ ਇਕੱਠਾ ਕਰਕੇ ਜਾਂ ਇੱਕ ਸਿੱਖ ਨੂੰ ਹੁਕਮ ਕਰ ਦੇਣ, ਇੱਕ ਸਿੱਖ ਹੀ ਤੁਹਾਨੂੰ 2 ਲੱਖ ਰੁਪਈਆ ਦੇ ਜਾਏਗਾ। ਇਹਦੇ 'ਚ ਕੋਈ ਸ਼ੱਕ ਨਹੀਂ। ਸਿੱਖ ਸ਼ੁਰੂ ਤੋਂ ਬਾਦਸ਼ਾਹ ਨੇ, ਸਿੱਖ ਅੱਜ ਵੀ ਬਾਦਸ਼ਾਹ ਨੇ, ਸਿੱਖ ਰਹਿੰਦੀ ਦੁਨੀਆ ਤੱਕ ਬਾਦਸ਼ਾਹ ਰਹਿਣਗੇ। ਗੁਰੂ ਨੇ ਬਾਦਸ਼ਾਹੀਆਂ ਦਿੱਤੀਆਂ ਨੇ। ਇਸ ਕਰਕੇ ਚੰਦੂ ਦੀ ਜ਼ੁਬਾਨ ਵੀ ਕਹਿੰਦੀ ਕਿ ਸਿੱਖ ਦੇ ਕੋਲ ਬਹੁਤ ਕੁਛ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਚਾਹਣ ਤਾਂ ਇੱਥੇ ਵੀ ਤੁਹਾਨੂੰ ਦੇ ਸਕਦੇ ਹਨ। ਆਪ ਸਪਾਰਸ ਕਹੋ ਨ ਸੁਣੀਐ। ਪਰ ਬਾਦਸ਼ਾਹ ਮੈਂ ਦੋਸ਼ ਕਿਹਨੂੰ ਦਵਾਂ? ਮੈਂ ਕਿੰਨੀ ਵਾਰ ਤੁਹਾਨੂੰ ਆ ਕਰਕੇ ਸਾਰੀ ਗੱਲ ਸ਼ੁਰੂ ਤੋਂ ਦੱਸਦਾ ਆ ਰਿਹਾ, ਕੋਈ ਅੱਜ ਥੋੜ੍ਹੀ ਦੱਸੀ ਹੈ। ਪਰ ਨਾ ਤੁਸੀਂ ਮੇਰੀ ਗੱਲ ਸੁਣਦੇ ਹੋ, ਨਾ ਕੋਈ ਲਾਈ ਸਿਫਾਰਿਸ਼ ਦੀ ਗੱਲ ਸੁਣਦੇ ਹੋ। ਕਉ ਤਸ ਕਰ ਰਾਖੇ ਨਾ ਡਰ ਪਾਏ। ਇਹੀ ਤੇ ਗੱਲ ਹੈ ਕਿ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ, ਤੁਸੀਂ ਕੋਈ ਕਦਮ ਨਹੀਂ ਚੁੱਕ ਰਹੇ ਤੇ ਗੁਰੂ ਅਰਜਨ ਦੇਵ ਮਹਾਰਾਜ ਨਾ ਡਰ ਪਾਏ, ਉਹਨਾਂ ਨੂੰ ਕੋਈ ਡਰ ਨਹੀਂ ਰਹਿ ਗਿਆ। ਇਸੇ ਕਰਕੇ ਰਾਖੇ ਤਸਕਰੂ ਆਪਣੇ ਕੋਲ ਚੋਰ ਰੱਖਦੇ ਨੇ। ਤਾਂ ਹੀ ਤੇ ਤੁਹਾਡਾ ਆਉਣ ਵਾਲਾ ਕਬੀਲਾ ਜਿਹੜਾ ਸੀ, ਤੁਹਾਡਾ ਜਥਾ ਲੁੱਟਿਆ ਉਹਨਾਂ ਨੇ। ਤੁਸੀਂ ਕੁਛ ਕਰਦੇ ਨਹੀਂ, ਕੁਛ ਕਹਿੰਦੇ ਨਹੀਂ। ਕਿੰਨੀ ਵਾਰ ਤੁਹਾਡੇ ਕੋਲ ਉਹਨਾਂ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਨੇ, ਤੁਸੀਂ ਕੁਝ ਕਦਮ ਨਹੀਂ ਚੁੱਕਦੇ। ਉਹ ਨਿਡਰ ਹੋ ਗਏ ਨੇ, ਤਾਂ ਕਰਕੇ ਉਹਨਾਂ ਆਪਣੇ ਕੋਲ ਚੋਰ ਰੱਖੇ ਹੋਏ ਹਨ। ਸੁਖੀ ਵਸੈ ਗੋ ਦੇਸ ਬਹੁਰ ਸਭ। ਸੋ ਇਸ ਤਰ੍ਹਾਂ ਜੇ ਤੁਸੀਂ ਥੋੜ੍ਹਾ ਜਿਹਾ ਕੋਈ ਕਦਮ ਚੁੱਕੋ, ਗੁਰੂ ਅਰਜਨ ਦੇਵ ਨੂੰ ਕੋਈ ਸਜ਼ਾ ਦਿਓ, ਤਾਂ ਮੈਂ ਸਮਝਦਾ ਇਹ ਸਾਰਾ ਦੇਸ਼ ਜਿਹੜਾ ਬੜਾ ਸੁਖੀ ਵਸੇਗਾ। ਕਿਉਂਕਿ ਉਹ ਮਾਝੇ ਵਿੱਚ ਬੈਠੇ ਹੋਏ ਹਨ, ਉੱਥੇ ਉਹਨਾਂ ਚੋਰ ਰੱਖੇ ਨੇ। ਇਹ ਪਿੱਛੇ ਪ੍ਰਸੰਗ ਸਰਵਣ ਕੀਤੇ ਆਪ ਜੀ ਨੇ। ਸੋ ਜੋ ਚੰਦੂ ਸਿੱਖਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਜਦੋਂ ਇਹ ਸਾਰਾ ਕੁਝ ਖਤਮ ਹੋ ਜੂ, ਤੁਸੀਂ ਕੋਈ ਕਦਮ ਚੁੱਕੋਗੇ ਤਾਂ ਸਾਰੇ ਲੋਕ ਜਿਹੜੇ ਬੜੇ ਸੁੱਖ ਨਾਲ ਵਸਣਗੇ, ਕਿਉਂਕਿ ਉਹ ਦੁਨੀਆ ਨੂੰ ਲੁੱਟ ਰਹੇ ਹਨ। ਕਰੋ ਬੁਲਾਵਨ ਤੋ ਚਲੇ ਆਏ। ਇਸ ਕਰਕੇ ਮੈਂ ਤਾਂ ਹੁਣੇ ਕਹਿੰਦਾ ਕਿ ਤਤਕਾਲ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬੁਲਾਓ, ਦੇਰੀ ਨਾ ਕਰੋ। ਹੁਣੇ ਉਹ ਅਲਹਲਕਾਰ ਭੇਜੋ, ਹੁਣੇ ਸੁਨੇਹਾ ਭੇਜੋ, ਤਾਂ ਕਿ ਉਹ ਚੱਲ ਕੇ ਤੁਹਾਡੀ ਸਭਾ ਵਿੱਚ ਆਵਣ। ਨਤ ਸਿੱਖਨ ਤੇ ਲੈ ਕਰ ਧਨ ਕੋ। ਨਹੀਂ ਤਾਂ ਫਿਰ ਮੇਰੀ ਗੱਲ ਯਾਦ ਰੱਖਿਓ, ਜੇ ਤੁਸੀਂ ਹੁਣ ਵੀ ਦੇਰੀ ਕੀਤੀ ਨਾ ਬਾਦਸ਼ਾਹ ਸਲਾਮਤ, ਤੇ ਉਹਨਾਂ ਨੇ ਲਾਹੌਰ ਵਿੱਚ ਵੀ ਆਪਣੇ ਸਿੱਖਾਂ ਤੋਂ ਬਹੁਤ ਧਨ ਇਕੱਠਾ ਕਰਕੇ ਆਪਣੀ ਪੂਰੀ ਪ੍ਰਵੇਸ਼ੈ ਜਾਏ। ਤੇ ਉਹ ਚੁੱਪ ਕਰਕੇ ਆਪਣੀ ਪੂਰੀ ਅੰਮ੍ਰਿਤਸਰ ਸਾਹਿਬ ਚਲੇ ਜਾਣਗੇ। ਵੇਂਦੇ ਰਿਹਾ ਜੇ ਫਿਰ ਤੁਸੀਂ, ਉਹ ਆਏ ਨੇ ਖਾਲੀ ਹੱਥ ਤੇ ਇੱਥੇ ਸੰਗਤਾਂ ਤੋਂ ਲੱਖਾਂ ਧਨ ਇਕੱਠਾ ਕਰਕੇ ਸਾਰਾ ਕੁਝ ਲਪੇਟ ਕੇ ਵਾਪਸ ਚਲੇ ਜਾਣਗੇ। ਉਹਨਾਂ ਨੇ ਨਾ ਤੁਹਾਨੂੰ ਮਿਲਣਾ ਤੇ ਨਾ ਤੁਸੀਂ ਉਹਨਾਂ ਤੇ ਕੋਈ ਕਾਰਵਾਈ ਕਰ ਸਕੋਗੇ। ਨਿਰਭੈ ਹੋਏ ਤੁਮ ਤੇ ਬੋ ਰਾਖਿਓ। ਤੇ ਫਿਰ ਯਾਦ ਰੱਖਿਓ, ਉਹਨਾਂ ਨੇ ਹੋਰ ਵੀ ਨਿਰਭੈ ਹੋ ਜਾਣਾ। ਜਿਹੜਾ ਮਾੜਾ ਮੋਟਾ ਕਿਤੇ ਡਰ ਹੋਵੇਗਾ, ਵੈਸੇ ਤੇ ਗੁਰੂ ਨੂੰ ਡਰ ਹੀ ਨਹੀਂ ਹੈ ਕਿਸੇ ਦਾ, ਪਰ ਚੰਦੂ ਦੀ ਭਾਵਨਾ ਕਹਿੰਦੀ ਵੀ ਉਹਦੇ ਅੰਦਰੋਂ ਉਹ ਵੀ ਡਰ ਲੈ ਜਾਣਾ। ਉਹਨੇ ਹੋਰ ਨਿਰਭਉ ਹੋ ਕਰਕੇ ਚੋਰ ਰੱਖਣੇ ਹਨ। ਸਹਜਾਦਾ ਦੇਸ ਜੋ ਨਿਕਸਾਏ। ਤੇ ਫਿਰ ਇਹੀ ਨਿਰਭੈਤਾ ਦੀ ਗੱਲ ਸੀ ਕਿ ਤੁਸੀਂ ਜੇ ਸ਼ਹਿਜ਼ਾਦੇ ਨੂੰ ਕੱਢਿਆ, ਜਦੋਂ ਇਹ ਆਉਂਦਾ ਹੈ ਤਾਂ ਉਹ ਸ਼ਹਿਜ਼ਾਦੇ ਨੂੰ ਵੀ ਨਿਰਭਉ ਨਿਡਰ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਕੋਲ ਰੱਖ ਲਿਆ। ਪਾਏ ਤਿਦਾਰਕ ਤੇ ਚਿਤ ਸਮਝ। ਤੇ ਉਹਨੂੰ ਆਪਣੇ ਕੋਲ ਰੱਖ ਕੇ ਬਹੁਤ ਵੱਡੀ ਖੁਸ਼ੀ, ਆਸੀਸਾਂ ਜਿਹੜੀਆਂ ਉਹਨੂੰ ਦੇਣੀਆਂ ਕੀਤੀਆਂ। ਸਾਹੋ ਅਵਗਿਆ ਇਮ ਦੁਖਦਾਏ। ਇਸ ਤਰ੍ਹਾਂ ਜੇ ਹੁਣ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕੋਈ ਸਜ਼ਾ ਦਿਓ ਨਾ, ਤੈਨੂੰ ਪਤਾ ਲੱਗੇ ਕਿ ਸ਼ਾਹ ਦੀ ਅਵਗਿਆ ਕਰਨ ਦਾ ਦੁੱਖ ਕੀ ਹੁੰਦਾ। ਕਿਉਂਕਿ ਤੁਹਾਡੀ ਅਵਗਿਆ ਕੀਤੀ, ਤੁਸੀਂ ਜਿਸ ਖੁਸਰੋ ਨੂੰ ਕੱਢਿਆ, ਉਹਨੂੰ ਆਪਣੇ ਕੋਲ ਸ਼ਰਨ ਦਿੱਤੀ, ਪਨਾਹ ਦਿੱਤੀ, ਉਹਨੂੰ ਅਸੀਸਾਂ ਦਿੱਤੀਆਂ, ਉਹਦੀ ਮਾਲੀ ਮਦਦ ਕੀਤੀ। ਜੇ ਅੱਜ ਤੁਸੀਂ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰੋਗੇ, ਇਹਨਾਂ ਨੂੰ ਕੋਈ ਨਹੀਂ ਪਤਾ ਲੱਗੇਗਾ ਕਿ ਬਾਦਸ਼ਾਹ ਦਾ ਨਿਰਾਦਰ ਕਰਨ ਦਾ ਕੀ ਦੁੱਖ ਹੁੰਦਾ ਹੈ। ਜੇ ਕੋਈ ਕਾਰਵਾਈ ਕਰੋਗੇ, ਇਹਨਾਂ ਨੂੰ ਪਤਾ ਲੱਗੇਗਾ ਜਦੋਂ ਕੋਈ ਬਾਦਸ਼ਾਹ ਦਾ ਨਿਰਾਦਰ ਕਰਦਾ ਉਹਨੂੰ ਕੀ ਸਜ਼ਾਵਾਂ ਪੈਂਦੀਆਂ ਹਨ। ਇੱਕ ਦੋਏ ਅਪਰ ਸਾ ਕੇ ਨਿਕਟੀ। ਇਸ ਤਰ੍ਹਾਂ ਜਦੋਂ ਚੰਦੂ ਨੇ ਗੱਲਬਾਤ ਕੀਤੀ ਹੈ ਤਾਂ ਹੋਰ ਵੀ ਜਿਹੜੇ 1-2 ਕੋਲ ਵਜ਼ੀਰ ਬੈਠੇ ਸਨ, ਜੋ ਪਹਿਲਾਂ ਹੀ ਚੰਦੂ ਤੋਂ ਧਨ ਲੈ ਕੇ ਦੇ ਪੱਖ ਦੀ ਗੱਲ ਕਰਦੇ ਆਉਂਦੇ ਸਨ। ਸੋ ਜਦੋਂ ਇਹਨੇ ਅੱਜ ਆ ਗੱਲ ਛੇੜੀ ਤੇ ਉਹ ਵੀ ਕੋਲੋਂ ਹਾਮੀ ਭਰਦਿਆਂ ਕਹਿਣ ਲੱਗੇ, ਧਨ ਦੇ ਕੀਨੇ ਆਪਨ ਸਹਾਏ। ਜਿਨ੍ਹਾਂ ਨੂੰ ਧਨ ਦੇ ਕਰਕੇ, ਕੁਝ ਲਾਲਚ ਦੇ ਕਰਕੇ ਇਹਨੇ ਹਮੇਸ਼ਾ ਆਪਣੇ ਸਹਾਈ ਮਦਦਗਾਰ ਕੀਤਾ। ਵੀ ਮੈਂ ਜਦੋਂ ਕਦੀ ਬਾਦਸ਼ਾਹ ਕੋਲ
ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੱਲ ਕਰਾਂ ਤਾਂ ਤੁਸੀਂ ਮੇਰੀ ਗੱਲ ਵਿੱਚ ਹਾਮੀ ਜ਼ਰੂਰ ਭਰਨੀ ਹੈ। ਸੋ ਉਮਰਾਵ ਕਹਿਨ ਤਬ ਲਾਗੇ। ਉਹ ਉਮਰਾਵ ਜਿਹੜੇ ਸਨ ਉਹ ਵੀ ਉਸੇ ਵੇਲੇ ਬਾਦਸ਼ਾਹ ਸਲਾਮਤ ਨੂੰ ਕਹਿਣ ਲੱਗੇ, ਚੰਦੂ ਸਾ ਸੁਮਤ ਅਧਿਕਾਏ। ਕਿ ਦੇਖੋ ਜੀ, ਚੰਦੂ ਜਿਹੜੀ ਗੱਲ ਕਹਿ ਰਿਹਾ ਸੁਮਤ ਅਧਿਕਾਏ, ਚੰਦੂ ਬਹੁਤ ਸਿਆਣਾ ਹੈ, ਇਹ ਬਹੁਤ ਸੂਝਵਾਨ ਹੈ, ਇਹ ਬੜਾ ਦਾਨਾ ਸਿਆਣਾ ਹੈ, ਇਹ ਕਦੀ ਗਲਤ ਸਲਾਹ ਨਹੀਂ ਦਿੰਦਾ, ਇਹ ਕਦੀ ਗਲਤ ਗੱਲ ਨਹੀਂ ਕਰਦਾ, ਇਹ ਬੜੀ ਚੰਗੀ ਭਲੀ ਗੱਲ ਕਰ ਰਿਹਾ ਹੈ। ਇਸ ਦੁਖੀ ਦਿਖ ਦੇਖਨ ਲਖੈ ਔਰ। ਕਿਉਂਕਿ ਇਹ ਜਦੋਂ ਦੇਸ਼ ਦੇ ਲੋਕਾਂ ਨੂੰ ਦੁਖੀ ਵੇਖਦਾ ਹੈ ਤੇ ਇਹਦਾ ਹਿਰਦਾ ਜਿਹੜਾ ਬੜਾ ਦੁਖੀ ਹੁੰਦਾ ਹੈ। ਇਹ ਲੋਕਾਂ ਨੂੰ, ਇਹ ਪ੍ਰਜਾ ਨੂੰ ਦੁਖੀ ਦੇਖ ਕੇ ਤਾਂ ਤੁਹਾਡੇ ਕੋਲ ਇਹ ਰੋਣਾ ਰੋ ਰਿਹਾ ਹੈ। ਬਾਰ ਬਾਰ ਸੋ ਅਰਜ ਕਰਾਏ। ਤੇ ਬਾਦਸ਼ਾਹ ਸਲਾਮਤ ਚੰਦੂ ਵਾਰ-ਵਾਰ ਤੁਹਾਡੇ ਕੋਲ ਅਰਜ ਕਰਦਾ, ਅੱਜ ਵੀ ਕਹਿ ਰਿਹਾ, ਪਹਿਲਾਂ ਵੀ ਇਹਨੇ ਕਿੰਨੀ ਵਾਰ ਤੁਹਾਨੂੰ ਕਿਹਾ ਹੈ ਕਿ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉੱਤੇ ਕੋਈ ਕਾਰਵਾਈ ਕਰਨੀ ਕਰੋ। ਆਪ ਹਦੂਰ ਹਕਾਰ ਨਿਹਾਰੋ। ਇਸ ਕਰਕੇ ਅੱਜ ਫਿਰ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਚੰਦੂ ਜੋ ਕਹਿ ਰਿਹਾ ਤੁਸੀਂ ਇਹਦੀ ਗੱਲ ਨੂੰ ਤਵੱਜੋ ਦਿਓ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਹੁਣੇ ਬੁਲਾਉਣਾ ਕਰੋ। ਕਉ ਨ ਕੁਛ ਮਗ ਪੁੱਛੋ ਖੁਦਾਏ। ਠੀਕ ਹੈ, ਜੇ ਤੁਸੀਂ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਜਾਂ ਉਹਨਾਂ ਤੋਂ 2 ਲੱਖ ਡੰਨ ਨਹੀਂ ਮੰਗਣਾ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਦੀ ਗੱਲ ਨਹੀਂ ਕਰਨੀ ਚਾਹੁੰਦੇ ਤਾਂ ਠੀਕ ਹੈ, ਤੁਸੀਂ ਇੱਕ ਵਾਰ ਆਪਦੇ ਕੋਲ ਬੁਲਾ ਲਓ, ਉਹਨਾਂ ਤੋਂ ਖੁਦਾ ਦੇ ਘਰ ਦਾ ਰਸਤਾ ਹੀ ਪੁੱਛ ਲਓ, ਕੋਈ ਪਰਮਾਰਥ ਦੀ ਗੱਲਬਾਤ ਹੀ ਕਰ ਲਓ, ਇਹਦੇ ਨਾਲ ਤੁਹਾਡਾ ਤੇ ਉਹਨਾਂ ਦਾ ਮਿਲਾਪ ਹੋ ਜਾਵੇਗਾ। ਆਪ ਹਦੂਰ ਹਕਾਰ ਨਿਹਾਰੋ। ਬਸ ਤੁਸੀਂ ਇੱਕ ਵਾਰ ਆਪਦੇ ਕੋਲ ਸੱਦ ਲਓ ਤੇ ਉਹਨਾਂ ਨੂੰ ਕਹੋ ਅਸੀਂ ਖੁਦਾ ਦੇ ਘਰ ਦੀ ਕੋਈ ਗੱਲ ਕਰਨੀ ਤੁਹਾਡੇ ਨਾਲ, ਕੋਈ ਆਤਮਿਕ ਅਧਿਆਤਮਿਕ ਵਚਨ ਕਰਨੇ ਨੇ, ਕੋਈ ਕਰਤੇ ਪਰਮੇਸ਼ਰ ਦੇ ਘਰ ਦੀ ਗੱਲਬਾਤ ਕਰਨੀ ਹੈ ਤੇ ਤੁਸੀਂ ਸਾਡੇ ਕੋਲ ਆਉਣਾ ਕਰੋ। ਦੰਡ ਦੀਵਾਨ ਸੋਲੇਹ ਨਿਵੇਰੈ। ਤੇ ਬਾਕੀ ਜਿਹੜੀ 2 ਲੱਖ ਡੰਨ ਲੈਣ ਵਾਲੀ ਗੱਲ ਹੈ ਤੁਸੀਂ ਵਿੱਚ ਨਾ ਪਾਓ, ਇਹ ਦੀਵਾਨ ਨੇ ਭਾਵ ਚੰਦੂ ਨੇ ਆਪਣੇ ਆਪ ਲੈ ਲੈਣਾ, ਇਹ ਗੱਲ ਇਹਦੇ ਤੇ ਛੱਡ ਦਿਓ, ਇਹਨੇ ਆਪੇ ਇਹ ਸਾਰਾ ਨਵੇੜਾ ਜਿਹੜਾ ਸੋ ਕਰ ਦੇਣਾ ਹੈ। ਆਪ ਦੋਸ ਤੇ ਸੰਕਟ ਜੇ ਤੁਹਾਨੂੰ ਇਸ ਦੋਸ਼ ਤੋਂ ਸੰਕਟ ਹੈ ਭਾਵ ਸ਼ੰਕਾ ਹੈ, ਮਨ ਵਿੱਚ ਕੋਈ ਡਰ ਹੈ ਕਿ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਵੇਂ ਕਵਾਂ ਕਿ 2 ਲੱਖ ਡੰਨ ਭਰੋ ਜਾਂ ਉਹਨਾਂ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਹਰਜਾਨਾ ਜਿਹੜਾ ਕਿਵੇਂ ਲਾ ਦੇਵਾਂ, ਸੋ ਤੁਸੀਂ ਇਹ ਦੋਸ਼ ਆਪਣੇ ਸਿਰ ਲੈਣਾ ਹੀ ਨਹੀਂ, ਤੁਸੀਂ ਗੁਰੂ ਅਰਜਨ ਦੇਵ ਨੂੰ ਬੁਲਾ ਲਓ ਤੇ ਬਾਕੀ ਕੰਮ ਜਿਹੜਾ ਉਹ ਚੰਦੂ ਨੇ ਆਪਣੇ ਆਪ ਕਰ ਲੈਣਾ ਹੈ। ਸੁਨ ਤਿਸ ਬਾਕ ਵਿਸਰਜਨ ਕਰੀਐ। ਸੋ ਇਸ ਤਰ੍ਹਾਂ ਇਹਦੇ ਬੋਲ ਜਿਹੜੇ ਹਨ ਇਹਨਾਂ ਨੂੰ ਸੁਣ ਕਰਕੇ ਤੇ ਹੁਣੇ ਕਿਸੇ ਨੂੰ ਭੇਜਣਾ ਕਰੋ। ਤੁਮੈ ਨ ਲੇਪ ਲਗੈ ਵਿਧਿਏ। ਤੇ ਇਹ ਕੋਈ ਵੀ ਦੋਸ਼ ਜਿਹੜਾ ਹੈ ਬਾਦਸ਼ਾਹ ਤੇਰੇ ਸਿਰ ਤੇ ਨਹੀਂ ਲੱਗੇਗਾ, ਇਹ ਸਾਰਾ ਦੋਸ਼ ਜਿਵੇਂ ਕਹਿ ਲਓ ਇਹ ਚੰਦੂ ਆਪਣੇ ਸਿਰ ਤੇ ਲੈ ਲਏਗਾ, ਇਹ 2 ਲੱਖ ਰੁਪਈਆ ਤੁਹਾਡੇ ਤੱਕ ਪਹੁੰਚ ਜਾਵੇਗਾ। ਚੰਦੂ ਅਰ ਉਮਰਾਵਨ ਰੱਖੋ ਰੁਖ ਲਖ। ਇਸ ਤਰ੍ਹਾਂ ਜਦੋਂ ਚੰਦੂ ਤੇ ਚੰਦੂ ਦੇ ਨਾਲ ਦਿਆਂ ਇਹਨਾਂ ਵਜ਼ੀਰਾਂ ਦਾ ਇਹ ਜਦੋਂ ਰੁੱਖ ਦੇਖਿਆ, ਇਹਨਾਂ ਸਾਰਿਆਂ ਦੀ ਗੱਲ ਸੁਣੀ ਤਾਂ ਸਾਹੁਰ ਦੇ ਪੀ ਚਾਹ ਕਰਿਆ। ਉਸ ਵੇਲੇ ਬਾਦਸ਼ਾਹ ਦੇ ਮਨ ਅੰਦਰ ਵੀ ਇਹ ਚਾਹਨਾ ਪੈਦਾ, ਇੱਛਾ ਪੈਦਾ ਹੋਈ ਦਰਸ਼ਨ ਕਰੋ ਉਚਾਰਨ ਸੁਨੋ ਕਿ ਠੀਕ ਹੈ ਇਹਨਾਂ ਦੀ ਗੱਲ, ਕਿਉਂ ਨਾ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਇਹ ਕਵਾਂ ਕਿ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਕੋਈ ਖੁਦਾ ਦੇ ਘਰ ਦੀ ਗੱਲ ਸੁਣਾਓ, ਇਹਦੇ ਨਾਲ ਨਾਲੇ ਮੈਨੂੰ ਦਰਸ਼ਨ ਹੋ ਜਾਣਗੇ ਨਾਲੇ ਕੋਈ ਖੁਦਾ ਦੇ ਘਰ ਦੀ ਗੱਲਬਾਤ ਹੋ ਜਾਵੇਗੀ। ਨਿੰਦਾ ਸਿਫਤੀ ਬਹੁ ਜਿਸ ਕੇ। ਜਿਨ੍ਹਾਂ ਦੀ ਨਿੰਦਾ ਵੀ ਬਹੁਤ ਹੋ ਰਹੀ ਹੈ ਤੇ ਜਿਨ੍ਹਾਂ ਦੀਆਂ ਸਿਫਤਾਂ ਵੀ ਬਹੁਤ ਹੋ ਰਹੀਆਂ ਨੇ, ਆਮ ਲੋਕ ਸਿੱਖ ਸੰਗਤਾਂ ਜਾਂ ਵਜ਼ੀਰ ਖਾਂ ਬੜੀ ਜਿਨ੍ਹਾਂ ਦੀ ਉਸਤਤ ਕਰਦਾ ਹੈ, ਪਰ ਚੰਦੂ ਵਰਗੇ ਬੜੀ ਜਿਨ੍ਹਾਂ ਦੀ ਨਿੰਦਾ ਕਰਦੇ, ਨਿੰਦਾ ਤੇ ਉਸਤਤ ਦੋਨਾਂ ਦਾ ਫੈਸਲਾ ਹੋ ਜਾਵੇਗਾ। ਨਿਕਟ ਵਜ਼ੀਰ ਖਾਨ ਕੋ ਦੇਖਿਓ। ਸੋ ਇਸ ਤਰ੍ਹਾਂ ਵਜ਼ੀਰ ਖਾਨ ਨੂੰ ਜਦੋਂ ਆਪਣੇ ਕੋਲ ਬੈਠੇ ਦੇਖਿਆ, ਕਹਿਓ ਤਾਹੂ ਕੋ ਸਤਿਗੁਰ ਆਨ। ਤੇ ਉਹਨੂੰ ਫਿਰ ਉਸੇ ਵੇਲੇ ਹੁਕਮ ਦਿੱਤਾ ਕਿ ਤੂੰ ਜਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੱਦ ਕੇ ਲਿਆਉਣਾ ਕਰ। ਸੁਨਿਆ ਇਸ ਕੋ ਤਤ ਛਿਨ ਗਮਨਿਓ। ਉਹ ਫਿਰ ਵਜ਼ੀਰ ਖਾਂ ਬਾਦਸ਼ਾਹ ਦੀ ਆਗਿਆ ਹੁਕਮ ਪਾ ਕੇ ਤਤਕਾਲ ਗੁਰੂ ਅਰਜਨ ਦੇਵ ਮਹਾਰਾਜ ਵੱਲ ਨੂੰ ਚੱਲ ਪਿਆ। ਜਿਸ ਥਲ ਸ੍ਰੀ ਅਰਜਨ ਭਗਵਾਨ। ਤੇ ਉੱਥੇ ਪਹੁੰਚਦਾ ਹੈ ਜਿਸ ਥਾਂ ਉੱਤੇ ਅਕਾਲ ਪੁਰਖ ਰੂਪ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਭਾਏਮਾਨ ਹਨ। ਧਰੇ ਕੋਰ ਕੋ ਕਰੇ ਨਿਹੋਰਨ। ਤੇ ਬੜਾ ਸਿਆਣਾ ਹੈ, ਇਹ ਖਾਲੀ ਹੱਥ ਨਹੀਂ ਗਿਆ, ਇਹ ਪੇਟਾ ਲੈ ਕੇ ਗਿਆ,
ਤੇ ਨੇ ਜਾ ਕੇ ਭੇਟਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਰਪਣ ਕੀਤੀ। ਹਾਥ ਜੋਰ ਜੁਗ ਬੰਧਨ ਠਾਨ, ਤੇ ਹੱਥ ਜੋੜ ਕੇ ਗਰੀਬ ਨਵਾਜ ਸਾਈਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿਣ ਲੱਗਾ, ਧੰਨ ਧੰਨ ਤੁਮ ਗਿਰਾ ਧੰਨ ਹੈ। ਕਿ ਮਹਾਰਾਜ ਜੀ ਧੰਨ ਹੋ ਤੁਸੀਂ, ਧੰਨ ਹੋ ਤੁਸੀਂ। ਤੇ ਮਹਾਰਾਜ ਜੀ ਤੁਹਾਡੀ ਬਾਣੀ ਵੀ ਧੰਨ ਹੈ, ਤੁਹਾਡੀ ਬਾਣੀ ਧੰਨ ਹੈ। ਜੈ ਸੁਨ ਦੁਖ ਤੇ ਉਬਰੇ ਪ੍ਰਾਨ, ਜਿਸ ਬਾਣੀ ਨੂੰ ਸੁਣ ਕਰਕੇ ਮਹਾਰਾਜ ਮੇਰਾ ਬੜਾ ਵੱਡਾ ਦੁੱਖ ਕਸ਼ਟ ਜਿਹੜਾ ਉਹ ਕੱਟਿਆ ਗਿਆ, ਮੇਰੇ ਪ੍ਰਾਣ ਬਚ ਗਏ। ਮਹਾਰਾਜ ਅੱਜ ਤੁਹਾਡੇ ਦਰਸ਼ਨ ਹੋਏ ਨੇ, ਮੈਂ ਵੀ ਧੰਨ ਹੋ ਗਿਆ ਮਹਾਰਾਜ ਤੁਹਾਡੇ ਦਰਸ਼ਨ ਦੀਦਾਰ ਕਰਕੇ। ਤੁਹਾਡੀ ਬਾਣੀ ਧੰਨ ਹੈ ਮਹਾਰਾਜ, ਜਿਸ ਬਾਣੀ ਨੂੰ ਸੁਣ ਕੇ ਹੀ ਮੇਰਾ ਬੜਾ ਭਾਰੀ ਦੁੱਖ ਕੱਟਿਆ ਗਿਆ। ਅੱਗੇ ਜ਼ਿਕਰ ਕਰੇਗਾ ਚਲੋਦਰ ਦਾ ਦੁੱਖ ਇਹਦਾ ਕੱਟਿਆ। ਸੋ ਇਸ ਤਰ੍ਹਾਂ ਬਾਣੀ ਸੁਣ ਕੇ ਮਹਾਰਾਜ ਤੁਹਾਡੀ ਬਾਣੀ ਧੰਨ, ਤੁਸੀਂ ਧੰਨ, ਤੁਹਾਡੇ ਦਰਸ਼ਨ ਕਰਕੇ ਮੈਂ ਧੰਨ ਹੋ ਗਿਆ। ਇਸ ਤਰ੍ਹਾਂ ਵਜ਼ੀਰ ਖਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ। ਤੇ ਜਿਵੇਂ ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਬਾਦਸ਼ਾਹ ਸਲਾਮਤ ਦਾ ਭੇਜਿਆ ਹੋਇਆ ਸੁਨੇਹਾ ਦੇਵੇਗਾ, ਉਹ ਫਿਰ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰਿਓ। ਸੋ ਇੱਥੇ ਸਮਾਂ ਸੰਪੰਨ ਹੈ। ਹੋਈਆਂ ਭੁੱਲਾਂ ਦੀ ਖਿਮਾ ਦਾਤਾਰ ਪਾਤਸ਼ਾਹ ਤਰਸ ਦੇ ਘਰ ਵਿੱਚ ਆ ਕੇ ਸਾਨੂੰ ਸਭਨਾਂ ਨੂੰ ਸਮੱਤ ਦੀ ਦਾਤ ਬਖਸ਼ ਨਿਵਾਜਣਾ ਕਰਨ। ਧੰਨ ਧੰਨ ਤੁਮ ਗਿਰਾ ਧੰਨ ਹੈ, ਜੇ ਸੁਨ ਦੁਖ ਤੇ ਉਬਰੇ ਪ੍ਰਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।